ਹੈਲਪਲੈਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮਾਨਸ ਹਸਪੀਟਲ ਲੁਧਿਆਣਾ। ਮਾਨਸ ਹਸਪੀਟਲ ਮਰੀਜ਼ਾਂ ਦੇ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਹਸਪੀਟਲ ਵਿਖੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਹਸਪੀਟਲ ਵਿਖੇ ਵੱਖ-ਵੱਖ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ। ਹਸਪੀਟਲ ਵਿਖੇ ਡਿਪਰੈਸ਼ਨ ਕਲੀਨਿਕ, ਸਲੀਪ ਕਲੀਨਿਕ, ਐਪੀਲੈਪਸੀ ਕਲੀਨਿਕ, ਹੈਡੇਕ ਕਲੀਨਿਕ, ਕਾਉਂਸਲਿੰਗ, ਬਿਹੇਵੀਅਰ ਕਲੀਨਿਕ, ਐਂਗਰ ਕਲੀਨਿਕ, ਡੀ ਐਡਿਕਸ਼ਨ ਕਲੀਨਿਕ, ਸਾਈਕੋਲੋਜੀ ਕਲੀਨਿਕ, ਸਾਈਕੋਸੈਕਸ਼ੂਅਲ ਇਲਨੈਸ ਦੀ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਨਾਲ ਗੁਪਤਾ ਮੈਡੀਕਲ ਲੈਬ ਜੋ ਕਿ ਡਾਕਟਰ ਆਤਿਮਾ ਗੁਪਤਾ MD ਚਲਾ ਰਹੇ ਨੇ। ਦੂਰੋਂ ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਆਪਣਾ ਇਲਾਜ ਕਰਵਾਉਂਦੇ ਹਨ। ਹਸਪੀਟਲ ਵਿਖੇ ਮਾਡਰਨ ਪ੍ਰਾਈਵੇਟ ਰੂਮਸ, ਮਾਡਰਨ ਜਨਰਲ ਵਾਰਡ, ਮਾਡਰਨ ਕਿਚਨ, ਜਨਰੇਟਰ, ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਸਾਡੀ ਟੀਮ ਨੇ ਡਾਕਟਰ ਆਤਿਮਾ ਗੁਪਤਾ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਮਾਨਸ ਹਸਪੀਟਲ ਬਾਰੇ ਜਾਣਕਾਰੀ ਦਿੱਤੀ। ਸਾਡੀ ਟੀਮ ਨੇ ਇੱਥੋਂ ਦੇ ਡਾਕਟਰਸ ਦੇ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਹਸਪੀਟਲ ਬਾਰੇ ਦੱਸਿਆ। ਆਓ ਚੱਲਦੇ ਹਾਂ ਮਾਨਸ ਹਸਪੀਟਲ ਲੁਧਿਆਣਾ। ਦਰਸ਼ਕੋ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਮਾਨਸ ਕਲੀਨਿਕ ਔਰ ਗੱਲ ਕਰ ਰਹੇ ਹਾਂ MD ਮੈਡਮ ਦੇ ਨਾਲ, ਜਿਨ੍ਹਾਂ ਨੇ ਰਾਤ ਦਿਨ ਦੀ ਪ੍ਰਵਾਹ ਕੀਤੇ ਬਿਨਾਂ ਇਹ ਬੂਟਾ ਡਾਕਟਰ ਸਾਹਿਬ ਨਾਲ ਮਿਲ ਕੇ, ਡਾਕਟਰ ਜੀ ਜਿਹੜੇ ਕਿ ਨਾਮ ਦੇ ਮੁਤਾਜ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਕੈਟਰੀ ਦੇ ਫੀਲਡ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ ਔਰ ਅੱਜ ਸੈਂਕੜੇ ਦੀ ਗਿਣਤੀ ਦੇ ਵਿੱਚ ਉਹ ਪੇਸ਼ੈਂਟਸ ਜਿਹੜੇ ਬਿਲਕੁਲ ਕੋਈ ਨਸ਼ੇ ਨਾਲ ਜੂਝ ਰਿਹਾ ਸੀਗਾ, ਕੋਈ ਹੋਰ ਪ੍ਰੋਬਲਮ ਦੇ ਵਿੱਚ ਗ੍ਰਸਤ ਸੀਗੇ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਉਹਨਾਂ ਨੇ। ਔਰ ਉਹਨਾਂ ਦੇ ਦੋਨੇ ਬੇਟੇ ਜਿਹੜੇ ਸਕੈਟਰੀ ਦੇ ਨਾਲ ਹੀ ਸੰਬੰਧਿਤ ਨੇ ਔਰ ਡਾਕਟਰ ਸਾਹਿਬ ਜਿਹੜੇ ਲੈਬ ਦਾ ਸਾਰਾ ਸੇਵਾਵਾਂ ਨਾਲ ਦੇ ਰਹੇ ਨੇ, ਇਸ ਜਗ੍ਹਾ ਦੇ ਉੱਤੇ ਅਟੈਚ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਨਮਸਕਾਰ ਜੀ, ਮੈਂ ਡਾਕਟਰ ਆਤਿਮਾ ਗੁਪਤਾ, ਮੈਂ ਡਾਇਰੈਕਟਰ ਮਾਨਸ ਹਸਪੀਟਲ ਪਲੱਸ ਮੇਰੀ ਆਪਣੀ ਲੈਬ ਹੈ। 1990 ਤੋਂ ਮੈਂ ਲੈਬ ਚਲਾ ਰਹੀ ਹਾਂ। ਇਹ ਹਸਪੀਟਲ ਅਸੀਂ ਮਾਨਸ ਹਸਪੀਟਲ 2018 'ਚ ਸ਼ੁਰੂ ਕੀਤਾ। ਡਾਕਟਰ ਸਾਹਿਬ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ। ਡਾਕਟਰ ਰਾਜੀਵ ਪੰਜਾਬ ਦੇ ਬੜੇ ਜਾਣੇ ਮਾਨੇ ਸਾਈਕੈਟ੍ਰਿਸਟ ਸੀ। 40 ਇਅਰਸ ਆਫ ਐਕਸਪੀਰੀਅੰਸ ਸੀ ਉਹਨਾਂ ਨੂੰ ਪ੍ਰੈਕਟਿਸ ਦਾ। ਸਾਡਾ ਆਪਣਾ ਮਾਨਸ ਕਲੀਨਿਕ ਜਿਹੜਾ ਕਿ 1984 ਤੋਂ ਚਲਾ ਰਹੇ ਸੀਗੇ, ਉਦੋਂ ਦਾ ਐਕਸਪੀਰੀਅੰਸ ਆਈ ਥਿੰਕ ਸੀਨੀਅਰ ਮੋਸਟ ਸਾਈਕੈਟ੍ਰਿਸਟ ਸੀ। ਬਟ ਅਨਫੋਰਚੂਨੇਟਲੀ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਸੀ, ਕੈਂਸਰ ਦੇ ਕਾਰਨ ਉਹਨਾਂ ਦੀ ਲਾਸਟ ਈਅਰ ਡੈਥ ਹੋ ਗਈ। ਬਟ ਇਹ ਹਸਪੀਟਲ ਬਣਾਉਣਾ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ। ਉਹਨਾਂ ਨੂੰ ਸੀਗਾ ਕਿ ਲੋਕਾਂ ਨੂੰ, ਜਦੋਂ 1982 'ਚ ਡਾਕਟਰ ਸਾਹਿਬ ਇੱਥੇ ਆਏ, ਸਾਈਕੈਟਰੀ ਦੀ ਇੰਨੀ ਅਵੇਅਰਨੈਸ ਨਹੀਂ ਸੀ। ਲੋਕਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਸੀ ਅਤੇ ਉਹ ਆਪਣੇ ਜੀ ਝਾੜ ਵਗੈਰਾ ਕਰਾਉਣ ਚਲੇ ਜਾਂਦੇ ਸੀ। ਅਸੀਂ ਦੋਨਾਂ ਨੇ ਮਿਲ ਕੇ, ਮੈਂ ਹਮੇਸ਼ਾ ਡਾਕਟਰ ਸਾਹਿਬ ਨਾਲ ਰਲ ਮਿਲ ਕੇ ਕੰਮ ਕੀਤਾ। ਅਸੀਂ ਦੋਨਾਂ ਨੇ ਮਿਲ ਕੇ ਬਹੁਤ ਅਵੇਅਰਨੈਸ ਪ੍ਰੋਗਰਾਮਸ ਕੀਤੇ, ਜਿੱਥੇ ਜਨਤਾ ਨੂੰ ਅਵੇਅਰ ਕਰਵਾਇਆ ਕਿ ਜੇ ਸਾਈਕੈਟਰੀ ਜਿਹੜੀ ਪ੍ਰੋਬਲਮ ਹੈ ਵੀ ਕਿ ਹੋਰ ਆਮ ਇਲਨੈਸ ਵਾਂਗੂ ਹੀ ਹੈ। ਜਿਸ ਤਰ੍ਹਾਂ ਖਾਂਸੀ ਜ਼ੁਕਾਮ ਵਾਸਤੇ ਅਸੀਂ ਦਵਾਈ ਖਾਂਦੇ ਹਾਂ, ਇਸ ਵਾਸਤੇ ਵੀ ਦਵਾਈ ਖਾਓ, ਤੁਸੀਂ ਠੀਕ ਹੋ ਜਾਓਗੇ। ਡਾਕਟਰ ਸਾਹਿਬ ਨੇ ਬਹੁਤ ਕਾਨਫਰੰਸਿਸ ਕੀਤੀਆਂ, ਅਸੀਂ ਬੜੇ ਜਰਨਲ ਕੱਢੇ। ਮੈਡੀਟਰੈਕ ਡਾਕਟਰ ਸਾਹਿਬ ਨੇ 20 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਹ ਮੈਂ ਹਾਲੇ ਵੀ ਕੰਟੀਨਿਊ ਕਰ ਰਹੀ ਹਾਂ, ਬਿਕੋਜ਼ ਉਹ ਵੀ ਉਹਨਾਂ ਦਾ ਇੱਕ ਵਨ ਆਫ ਦਾ ਡ੍ਰੀਮ ਸੀਗਾ। ਸੋ ਮੈਂ ਜੋ ਵੀ ਉਹਨਾਂ ਦੇ ਡ੍ਰੀਮ ਸੀ, ਆਈ ਐਮ ਜਸਟ ਟਰਾਈਂਗ ਟੂ ਕੰਟੀਨਿਊ ਵਿਦ ਦੈਮ, ਬਿਕੋਜ਼ ਉਹ ਆਪਣੇ ਪ੍ਰੋਫੈਸ਼ਨ 'ਚ ਬਹੁਤ ਡੈਡੀਕੇਟਿਡ ਸੀਗੇ। ਉਹਨਾਂ ਨੂੰ ਪ੍ਰੋਫੈਸ਼ਨ ਹੀ ਫਸਟ ਸੀਗਾ, ਘਰ ਐਂਡ ਫੈਮਿਲੀ ਉਹਨਾਂ ਦੀ ਬਾਅਦ 'ਚ ਹਮੇਸ਼ਾ ਆਉਂਦੀ ਸੀਗੀ। 2 ਮੇਰੇ ਬੇਟੇ ਹਨ, ਦੋਨੋਂ ਸਾਈਕੈਟਰਿਸਟ ਉਹਨਾਂ ਨੇ ਬਣਾਏ ਐਂਡ ਉਹਨਾਂ ਨੇ ਤਾਂ ਪੰਜਾਬ ਦੇ ਬੜੇ ਬੜੇ ਸੀਨੀਅਰ ਡਾਕਟਰਸ ਨੂੰ ਵੀ ਟ੍ਰੇਨ ਕੀਤਾ ਅਤੇ ਉਹਨਾਂ ਆਪਣੇ ਹੱਥਾਂ ਨਾਲ ਦੋਨੋਂ ਬੱਚਿਆਂ ਨੂੰ ਟ੍ਰੇਨ ਕੀਤਾ। ਐਂਡ ਮੈਨੂੰ ਬੜੀ ਖੁਸ਼ੀ ਹੁੰਦੀ ਦੇਖ ਕੇ ਕਿ ਉਹਨਾਂ ਦੇ ਹੀ ਫੁੱਟ ਸਟੈਪਸ ਨੂੰ ਇਹ ਬੱਚੇ ਫੋਲੋ ਕਰ ਰਹੇ ਹੈ। ਅਤੇ ਜਿਹੜਾ ਅਸੀਂ ਹੁਣ ਹਸਪੀਟਲ ਖੋਲ੍ਹਿਆ, ਇਹ ਹਸਪੀਟਲ 'ਚ ਅਸੀਂ ਨਸ਼ੇ ਦੇ ਮਰੀਜ਼ ਦਾਖਲ ਕਰਦੇ ਹਾਂ, ਡਿਪਰੈਸ਼ਨ ਦੇ ਮਰੀਜ਼ ਦਾਖਲ ਕਰਦੇ ਹਾਂ। ਅੱਜ ਕੱਲ੍ਹ ਜਿਸ ਤਰ੍ਹਾਂ ਬਾਈਪੋਲਰ ਪ੍ਰੋਬਲਮਸ ਬੜੀ ਕਾਮਨ ਹੈ, ਪੇਸ਼ੈਂਟ ਕੋਈ ਬੜੇ ਉਤੇਜਿਤ ਹੋ ਕੇ ਆ ਜਾਂਦੇ ਨੇ, ਉਹਨਾਂ ਨੂੰ ਅਸੀਂ ਦਾਖਲ ਕਰਦੇ ਹਾਂ। ਇਸ ਹਸਪੀਟਲ 'ਚ ਸਾਨੂੰ ਜਿਸ ਤਰ੍ਹਾਂ ਦੌਰੇ ਪੈਂਦੇ ਪੇਸ਼ੈਂਟ ਨੂੰ, ਹੁਣ ਮਿਰਗੀ ਦਾ ਦੌਰਾ ਪਿਆ ਹੈ ਜਾਂ ਉਹਨੂੰ ਬੜੀ ਐਂਗਜ਼ਾਈਟੀ ਦੇ ਕਾਰਨ ਦੌਰਾ ਪਿਆ, ਉਹ ਡਿਸਕ੍ਰਿਮੀਨੇਟ ਕਰਨ ਲਈ ਅਸੀਂ ਸਾਡੀ ਫੈਸਿਲਿਟੀਜ਼ ਹੈਗੀਆਂ। ਅੱਛਾ, ਜਿਸ ਤਰ੍ਹਾਂ ਅੱਜ ਕੱਲ੍ਹ ਟਰੈਂਡ ਹੈ, ਪੇਸ਼ੈਂਟਸ ਚਾਹੁੰਦੇ ਨੇ ਕਿ ਅਸੀਂ ਦਵਾਈ ਦੇ ਬਿਨਾਂ ਹੀ ਠੀਕ ਹੋ ਜਾਈਏ। ਸੋ ਸਾਡੇ ਕੋਲ ਸਾਈਕੋਥੈਰੇਪੀ, ਸਾਡੇ ਕੋਲ ਕਾਉਂਸਲਰਸ ਹੈਗੇ, ਸਾਡੇ ਕੋਲ ਸਾਈਕੋਲੋਜਿਸਟ ਹੈਗੇ। ਅਸੀਂ ਉਹਨਾਂ ਦੀ ਹੈਲਪ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਘੱਟ ਤੋਂ ਘੱਟ ਦਵਾਈਆਂ ਦੇਈਏ, ਅਤੇ ਉਹਨਾਂ ਦੀ ਹੈਲਪ ਨਾਲ ਉਹ ਥੈਰੇਪੀਜ਼ ਦਾ ਸੈਸ਼ਨ ਹੁੰਦਾ, ਉਹਨਾਂ ਦੀ ਹੈਲਪ ਨਾਲ ਅਸੀਂ ਪੇਸ਼ੈਂਟਸ ਨੂੰ ਟਰੀਟ ਕਰਦੇ ਹਾਂ। ਫਿਰ ਅਸੀਂ ਆਪਣੇ ਕੋਲ ਰਿਲੈਕਸੇਸ਼ਨ ਥੈਰੇਪੀਜ਼ ਦੀ ਫੈਸਿਲਿਟੀਜ਼ ਹੈਗੀਆਂ। ਸਾਡੇ ਕੋਲ ਬੜੀ ਅੱਛੀ ਚੇਅਰਸ ਹੈਗੀਆਂ, ਬੜੀ ਅੱਛੀ ਬ੍ਰੇਨ ਥੈਰੇਪੀ ਦੇ ਇੰਸਟਰੂਮੈਂਟਸ ਹੈ, ਜਿਨ੍ਹਾਂ ਰਾਹੀਂ ਅਸੀਂ ਪੇਸ਼ੈਂਟਸ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਿਕੋਜ਼ ਅੱਜ ਕੱਲ੍ਹ ਜਿਹੜਾ ਜ਼ਮਾਨਾ ਹੈ, ਬੜਾ ਕੰਪੀਟੀਸ਼ਨ ਦਾ ਜ਼ਮਾਨਾ ਹੈ, ਹਰ ਇੱਕ ਨੂੰ ਬੜਾ ਸਟਰੈਸ ਹੈ। ਅੱਗੇ ਕਦੀ ਸੁਣਿਆ ਸੀ ਕਿ ਬੱਚਿਆਂ ਨੂੰ ਕੋਈ ਸਟਰੈਸ ਹੈ? ਹੁਣ ਤਾਂ ਛੋਟੇ ਛੋਟੇ ਬੱਚਾ ਵੀ ਕਹੇਗਾ ਮੈਨੂੰ ਟੈਨਸ਼ਨ ਹੈਗੀ ਹੈ, ਬਿਕੋਜ਼ ਸਕੂਲਾਂ 'ਚ ਇੰਨਾ ਹਰ ਚੀਜ਼ ਦਾ ਵਰਕਲੋਡ ਬੜਾ ਕੰਪੀਟੀਟਿਵ ਵਰਲਡ ਹੈਗਾ। ਸੋ ਈਵਨ ਜਿਸ ਤਰ੍ਹਾਂ ਅੱਜ ਕੱਲ੍ਹ ਬੱਚਿਆਂ 'ਚ ਬਹੁਤ ਅਗਰੈਸ਼ਨ ਹੋ ਰਹੀ ਹੈ, ਸੋ ਸਾਡੇ ਕੋਲ ਸਾਡੇ ਜਿਹੜੇ ਸਾਈਕੋਲੋਜਿਸਟ ਹੈ, ਉਹਨਾਂ ਨੇ ਇੱਕ ਸਪੈਸ਼ਲ ਟ੍ਰੇਨਿੰਗ ਲਿੱਤੀ ਹੋਈ ਹੈ ਚਾਈਲਡ ਸਾਈਕੋਲੋਜੀ ਦੀ। ਇੱਕ ਤਾਂ ਮੋਬਾਈਲਸ ਅੱਜ ਕੱਲ੍ਹ ਬੜੇ ਹੈਗੇ ਨੇ ਕਾਮਨ, ਜੋ ਸਟਰੈਸ ਵਗੈਰਾ ਇੰਡਿਊਸ ਕਰਦੇ ਹੈਗੇ। ਸੋ ਅਸੀਂ ਉਹ ਸਾਰਿਆਂ ਦੀ ਨਜ਼ਰ ਰੱਖ ਕੇ
ਸਾਡੇ ਕੋਲ ਹਰ ਚੀਜ਼ ਦੀ ਫੈਸਿਲਿਟੀ ਹੈ ਐਂਡ ਸਾਡਾ ਮਕਸਦ ਇਹ ਨਹੀਂ ਕਿ ਅਸੀਂ ਪੇਸ਼ੈਂਟ ਨੂੰ ਦਵਾਈ ਦੇ ਕੇ ਆਮ ਜਿਸ ਤਰ੍ਹਾਂ ਹੁੰਦਾ ਜੀ ਇੱਕ ਹੋਰ ਨਸ਼ੇ ਦਾ ਉਹਨੂੰ ਬਣਾ ਦਈਏ ਆਦਿ, ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਅਸੀਂ ਦੇਖਦੇ ਹਾਂ ਕਿੰਨੀ ਦਵਾਈ ਦੀ ਲੋੜ ਹੈ, ਕਿੰਨੀ ਸਾਈਕੋਥੈਰੇਪੀ ਦੀ ਲੋੜ ਹੈ, ਕਿੰਨੀ ਕਾਉਂਸਲਿੰਗ ਦੀ ਲੋੜ ਹੈ। ਦੇਖੋ ਪੁਰਾਣੇ ਜ਼ਮਾਨੇ 'ਚ ਕੀ ਸੀ, ਇਹ ਪ੍ਰੋਬਲਮਸ ਘੱਟ ਹੁੰਦੀਆਂ ਸੀ। ਉਹ ਨਾਨੀਆਂ ਦਾਦੀਆਂ ਚਾਚੀਆਂ ਸੀ, ਕੋਈ ਪ੍ਰੋਬਲਮ ਹੋਈ ਬੱਚੇ ਨੇ ਜਾ ਕੇ ਉਹਨੂੰ ਸੁਣਾਤੀ, ਮਾਂ ਨੇ ਥੱਪੜ ਮਾਰਿਆ ਤਾਂ ਚਾਚੀ ਕੋਲ ਚਲੇ ਗਏ, ਉਹਨੇ ਪਿਆਰ ਕਰਤਾ। ਹੁਣ ਨਾ ਮਾਂ ਕੋਲ ਟਾਈਮ ਨਾ ਬਾਪ ਕੋਲ ਟਾਈਮ, ਚਾਚੀ ਚਾਚੂ ਦਾ ਕਨਸੈਪਟ ਹੀ ਕੋਈ ਨਹੀਂ ਰਿਹਾ, ਹੈ ਨਾ। ਸੋ ਅੱਜ ਕੱਲ੍ਹ ਸਾਈਕੈਟਰਿਸਟ ਸਾਈਕੋਲੋਜਿਸਟ ਦਾ ਹੀ ਰੋਲ ਰਹਿ ਗਿਆ। ਅਤੇ ਇਹ ਡਾਕਟਰ ਸਾਹਿਬ ਦਾ ਜਿਹੜਾ ਇਹ ਡ੍ਰੀਮ ਪ੍ਰੋਜੈਕਟ ਹੈ, ਇਹ ਹੁਣ ਅੱਗੇ ਚਲਾਉਣ ਦਾ ਬੀੜਾ ਮੈਂ ਚੁੱਕਿਆ ਅਤੇ ਅਲੋਂਗ ਵਿਦ ਮਾਈ ਚਿਲਡਰਨ ਅਸੀਂ ਇਹ ਜ਼ਿੰਮੇਵਾਰੀ ਨਿਭਾਉਣਾ ਪੂਰੀ ਕਰਾਂਗੇ। ਥੈਂਕ ਯੂ ਡਾਕਟਰ। अभी हम बात कर रहे हैं डॉक्टर अंशुल महाजन जी के साथ। महाजन जी आपका स्वागत है हमारे स्पेशल। नमस्कार जी। नमस्कार जी। डॉक्टर साहब, बाइपोलर जो कि आज एक इतना बड़ा एपिडेमिक की तरह बन रहा है, क्या कहना चाहेंगे कि आप साइकियाट्री के डॉक्टर हैं और बाइपोलर के बहुत ज़्यादा पेशेंट्स हैं और बाइपोलर हर 5-6 बंदों में से एक बंदा बाइपोलर आज हो रहा है, क्या कहना चाहेंगे? सर, बाइपोलर डिसऑर्डर एक प्रकार का मानसिक रोग होता है। इसमें बेसिकली पेशेंट को मूड स्विंग्स होते हैं। एक तरफ तो वह तेज़ी में जाता है और दूसरी ही तरफ कुछ महीने बाद या साल के बाद वह धीमे की तरफ या डिप्रेशन की तरफ जाता है। अब मैं तेज़ी के लक्षण दर्शकों को बताना चाहता हूँ कि किस प्रकार के तेज़ी के लक्षण होते हैं। वह तेज़ बोलता है, उसका दिमाग बहुत तेज़ चलता है, नींद की रिक्वायरमेंट बहुत कम हो जाती है, भूख की रिक्वायरमेंट बढ़ जाती है। इसके अलावा गुस्सा करता है, गाली गलौज कर सकता है, काम पे ध्यान नहीं लगा सकता। जहाँ ये हो गया तेज़ी के लक्षण। जहाँ पे हम बात करें डिप्रेशन के लक्षण, डिप्रेशन में मन उदास रहता है, रोने का मन करता है, घबराहट होती है, बेचैनी होती है। इसमें भी गुस्सा होता है, पर जो गुस्सा तेज़ी में होता है उसके मुकाबले गुस्सा कम होता है, पर इसमें चिड़चिड़ापन ज़्यादा होता है। जब डिप्रेशन की मात्रा बढ़ जाती है तो नेगेटिविटी होती है। नेगेटिविटी के कारण मरने के विचार यानी कि सुसाइडल आइडिएशन आते हैं। इसके अलावा जब सुसाइडल आइडिएशन बढ़ जाए तो कुछ हद तक जब डिप्रेशन बढ़ जाती है तो पेशेंट सुसाइड करता है। तो ये 2 लक्षण पाए गए हैं। जो तेज़ी के लक्षण होते हैं वह 7 से 10 दिन तक परसिस्ट करते हैं। डिप्रेशन के सिम्टम्स होते हैं वह 15 दिन लगातार कंटिन्यूस हो तो हम उसको डिप्रेशन के सिम्टम्स बोल सकते हैं। तो ये है बाइपोलर के 2 फेज़ के सिम्टम्स। डॉक्टर साहब, क्या कहना चाहेंगे कि अगर वो इस स्टेज में आ जाता है इंसान बाइपोलर में और उस स्टेज में जब तेज़ी बढ़ती है तो कैसे हम रोक सकते हैं? अब हमें भी दिख रहा होता है कि बंदा तेज़ी में है और वो एकदम से गुस्सा उसको चढ़ रहा है, उसको रोकने का क्या ढंग है? कौन सी ऐसी मेडिसिन हो सकती है कि जो हम लोग इमीडिएट तब उसको यूज़ करें और उसको हम लोग शांत करें? देखिए, इसके लिए एक मूड स्टेबलाइजर मेडिसिन आती हैं और कुछ एंटीसाइकोटिक मेडिकेशंस आती हैं जिससे पेशेंट का तेज़ी कम हो सकता है। तेज़ी में इंसान क्या क्या कर सकता है मैं आपको दोबारा से बता दूं। एक तो हाइपर एक्टिव हो सकता है, ज़्यादा स्पेंड कर सकता है, ज़्यादा बातें कर सकता है और इस दौरान काफ़ी गुस्सा होता है। तो ये जो मेन 4 सिम्टम्स होते हैं और इस दौरान यदि हम मेडिसिन टाइम से उसको दे देंगे उसके सिम्टम्स कुछ दिन के बाद कम हो जाएंगे। यदि हम उसकी मेडिसिन प्रॉपरली नहीं देंगे तो वह अपना भी, अपने परिवार का भी और प्रोफेशनल भी नुकसान कर सकता है। डॉक्टर साहब, क्या कहना चाहेंगे कि ये हॉस्पिटल जो साइकियाट्री के लिए और बाइपोलर के लिए एक वरदान बन चुका है, जिसमें हज़ारों की गिनती में पेशेंट, उनको ये लगता होता था कि ये अब वापस नहीं आएगा, इतना ज़्यादा गुस्सा करता है, ये कभी ना कभी तो खता खा लेगा, उनको भी आप लोगों ने एक नई ज़िंदगी दी है, क्या कहना चाहेंगे? देखिए, बाइपोलर एक कॉमन सा डिसऑर्डर है और आजकल एवरी, जैसे आपने बताया, एवरी 5-6% इज हैविंग बाइपोलर डिसऑर्डर। तो इस दौरान भी आई थिंक अगर प्रॉपर ट्रीटमेंट पेशेंट कर ले तो इससे इसकी प्रोफेशनल लाइफ बच सकती है, उसकी फैमिली लाइफ बच सकती है। बिकॉज देखिए, पेशेंट तो अफेक्ट होता ही होता है, साथ में फैमिली लाइफ भी उसकी अफेक्ट होती है। मोस्ट इंपॉर्टेंटली प्रोफेशनल लाइफ भी अफेक्ट होती ही होती है। प्रॉपर मेडिकेशंस कराएंगे, प्रॉपर काउंसलिंग थेरेपीज कराएंगे तो उससे बहुत हद तक हम बचा सकते हैं। मैं अपनी लाइफ टाइम में, मेरे को 10 साल हो गए हैं क्लिनिकल प्रैक्टिस में, मैंने बहुत से पेशेंट्स को बाइपोलर को मैंने ठीक किया है। और इस जनरली चेंज ऑफ सीजन के कारण प्रेसिपिटेट होता है, या मार्च अप्रैल में या अक्टूबर नवंबर में। मार्च अप्रैल की हम बात करें तो जनरली इसमें इस दौरान पेशेंट हम तेज़ी में देखते हैं। अभी भी मेरे पास कुछ पेशेंट एडमिटेड हैं जो कि बाइपोलर के हैं। हमें उन पर मेहनत करनी पड़ती है और बहुत हद तक कंट्रोल भी रहता है।
और साथ ही साथ घर वालों की संतुष्टि बहुत ज़रूरी रहती है। तो ये चेंज ऑफ सीज़न के कारण बहुत से लोगों में देखा गया। देखिए, एक होता है गुस्सा, एक होता है बाइपोलर का गुस्सा। बाइपोलर गुस्सा परसिस्टेंट लगातार रहता है, वह आपकी पर्सनालिटी में झलकता है। तो कभी कभी गुस्सा आना उसको बाइपोलर नहीं बोलेंगे, पर लगातार 7 से 10 दिन तक गुस्सा आना, ओवर स्पेंडिंग करना, बड़ी बड़ी बातें करना, मेरे में सुपर नेचुरल पावर आ गई है, इसको हम बोलते हैं कि पेशेंट तेज़ी में आता है। उसके विपरीत जो मैंने आपको डिप्रेशन के सिम्टम्स बताए, हमें उसके ध्यान देना भी बहुत ज़रूरी है। इस दौरान पेशेंट को कभी भी दवाई छोड़ना नहीं चाहिए, बिकॉज कभी भी पेशेंट स्विच हो सकता है तेज़ी से डिप्रेशन में। बहुत सी बार पेशेंट्स जो गलती करते हैं वह दवाई छोड़ देते हैं, सर हम बिल्कुल ठीक हो गए। देखिए, ठीक होना अच्छी बात है मेडिसिन से, पर एक मूड स्टेबलाइजर मेडिकेशंस का कंसिस्टेंट खाना ज़रूरी है। जिस प्रकार ब्लड प्रेशर की मेडिसिन रेगुलर खानी पड़ती है, जिस प्रकार शुगर की मेडिसिन लगातार खानी पड़ती है, उसी प्रकार मूड स्टेबलाइजर मेडिसिन होती है बाइपोलर के लिए। एक पर्टिकुलर डोज में अपने जाके डॉक्टर से एडजस्ट करवाए, उसको खाना बहुत ही ज़रूरी है। वैसे क्या कहना चाहेंगे कि जैसे आपने बाइपोलर के लिए बताया, मेडिसिन के लिए बताया, कई बार क्या होता है कि हम लोग एक असमंजस स्थिति में चले जाते हैं, हमारा जो माइंड सेटअप होता है वो असमंजस स्थिति में चला जाता है। और इसमें जैसे स्टार्टिंग होती है उसकी बाइपोलर की, और उसी स्टेज में अगर वो पहली स्टेज में ही बाइपोलर के, जब उनको लगे कि यार ये मूड स्विंग हो रहा है इसका, ये एकदम से तेज़ी कर रहा है, स्टार्टिंग की एज में आ जाए तो कम मतलब समय में वो ट्रीट हो सकता है। ये तो नहीं कि वो लाइफ लॉन्ग फिर मेडिसिन पे पड़ जाए। देखिए, जितना जल्दी हम मानसिक बीमारी को पकड़ेंगे उतना जल्दी ही उसका इलाज होता है। बाकी रही बात लाइफ टाइम की, वो डिपेंड करता है कि बीमारी कितनी पुरानी है। यदि हम उसको टाइम से नहीं पकड़ेंगे तो कोई भी सिम्टम परसिस्ट करता है, उसका सिम्टम बढ़ता है, कम नहीं होगा। टाइम से पकड़ेंगे, उसकी तेज़ी कम होएगी, तो उसका मूड स्विंग्स हम कंट्रोल कर सकते हैं। पर यही अगर हम मूड स्विंग महीने बाद देखेंगे, 2 महीने बाद देखेंगे, तो कुछ महीने तक दवाई खानी पड़ती है। कुछ परसेंटेज केस ऐसा होता है जिसमें दवाई लगातार खानी पड़ती है, या जो मूड स्टेबलाइजर। और जैसे हम खाना भी रोज़ खाते हैं, बीपी की मेडिसिन भी तो रोज़ खाते हैं, तो इसमें मूड स्टेबलाइजर का खाना बहुत ही ज़रूरी है। देखिए, बहुत कम डोज पे भी मैं पेशेंट्स को ले आता हूं, पर मैं उस डोज पे पेशेंट को दवाई देता हूं जिस पे पेशेंट का मूड ऊपर नीचे फ्लक्चुएशन ना हो। मिसाल के तौर पे पेशेंट अगर लगातार दवाई खा रहा है, हो सकता है कि उसको 4 साल कोई सिम्टम्स ही ना हो, मेनिक कोई तेज़ी के या कोई डिप्रेशन के, पर कभी कभी साल के बाद भी हो सकते हैं। उस दौरान हमें एक ही सवाल पूछना है कि क्या वो कोई स्ट्रेस में तो नहीं है, कोई ट्रॉमा से तो नहीं गुजर रहा है, किसी की डेथ तो नहीं हुई है, कोई फैमिली हिस्ट्री तो नहीं है, या फिर इसके अलावा उसने कोई मेडिकेशन तो नहीं छोड़ दी है। तो किसी भी बीमारी का इलाज टाइम से होगा तो उसको हम प्रॉपर इलाज कर सकते हैं, चाहे वो मानसिक हो चाहे वो शारीरिक हो। जैसा क्या कहना चाहेंगे कि कई बार जैसे बच्चे आजकल जल्दी जवान हो रहे हैं, पॉर्न साइट्स देख रहे हैं वो, और उनको मैरिज लाइफ, जैसे हम कहते हैं कि मैरिजेज लेट हैं, और उनको साइट्स देखने के कारण उनका मन जो है वो सेक्स के लिए करता है और सेक्स उनको मिलता नहीं। कई बार ये भी रीज़न हो सकता है बाइपोलर का। देखिए, ये एक रीज़न नहीं होता है, पर इसके कारण फ्रस्ट्रेशन ज़रूर पैदा होती है, पर इसके कारण एक प्रॉब्लम पैदा होती है जिसको हम कहते हैं प्री मैच्योर इजैकुलेशन। इसका बाइपोलर से मैंने कोई स्टडी कोरिलेशन तो नहीं पढ़ा है, पर इसका ज़रूर पीएमई ज़रूर होता है इससे। तो डॉक्टर साहब क्या कहना चाहेंगे कि जैसे ये आपने बाइपोलर का बात बोला है, और ये लाइफ लॉन्ग मेडिसिन तो नहीं खानी पड़ती अगले को, और लोगों को ये डर रहता है कि डिप्रेशन की या बाइपोलर की मेडिसिन खाएंगे हम लोग मोटे हो जाएंगे। क्या कहना चाहेंगे कि एक मिथ्स जो है वो निकालने पड़ेंगे, और जो लोग ये कहते हैं हमें ये कसर आ गई जी, हमारे तो ये हमारे में वो आ गया, ये रूह का साया है, ये तो इसको तो दिखते हैं, बंदे दिखते हैं, क्या कहना चाहेंगे कि इन सभी चीज़ों का जो मेन कारण है वो बाइपोलर ही है? देखिए, जो आपने बोला कि जो पेशेंट बोलता है कि मुझे कोई चीज़ दिखाई देती है या वो सुनाई देती है, उसको हम हेलुसिनेशन बिहेवियर कहते हैं। वो एक स्किज़ोफ्रेनिया बीमारी होती है, उसका एक पार्ट होता है। बाइपोलर भी साइकोटिक, इसको हम साइकोटिक सिम्टम्स कहते हैं। बाइपोलर डिसऑर्डर भी साइकोटिक सिम्टम के साथ एसोसिएटेड हो सकता है, और ज़रूरी नहीं है कि अगर पेशेंट को बाइपोलर है तो उसको डिप्रेशन नहीं हो सकता, उसको साइकोसिस नहीं हो सकता, उसको स्किज़ोफ्रेनिया नहीं हो सकता, मल्टीपल डायग्नोसिस भी हो सकता है। रही बात की दवाई कब तक खानी है, दवाई तब तक खानी है जब तक पेशेंट बिल्कुल ठीक नहीं होता, जब तक पेशेंट नॉर्मलाइज नियर नॉर्मल तक ना आ जाए, तब तक उसको पेशेंट को दवाई खानी पड़ती है। फिर पेशेंट रेगुलर फॉलोअप रखेगा तो डॉक्टर ज़रूर चाहेगा कि उसके पेशेंट की दवाई कम हो। डॉक्टर सबसे पहले चाहता है कि सबसे पहले उसका पेशेंट ठीक हो। तो सर क्या कहना चाहेंगे कि इसमें साथ में मेडिसिन और साथ में काउंसलिंग का भी बड़ा रोल है बाइपोलर में भी?
जी हाँ, काउंसलिंग का बहुत अहम रोल है, पर आपने कंडीशन ऑफ पेशेंट देखनी है। यदि पेशेंट तेज़ी में है, हाइपर एक्टिव स्टेज में है या मेनिक फेज में है, उस दौरान पेशेंट को काउंसलिंग हेल्पफुल नहीं होगी। पर एक बार पेशेंट का मूड स्टेबलाइज हो जाए, सेटल हो जाए, तो काउंसलिंग का बहुत ही अहम रोल होता है। उसका हम थॉट प्रोसेस चेंज कर सकते हैं, उसकी हम प्रॉब्लम समझ सकते हैं, उसकी लाइफ में स्ट्रेसेस क्या है उसको हम अंडरस्टैंड करके उसको हम समझा सकते हैं कि आपको दवाई भी खानी ज़रूरी है और काउंसलिंग करवानी भी बहुत ज़रूरी है। और काउंसलिंग का डिप्रेशन के केस में बहुत अहम रोल रहता है। डॉक्टर साहब, आपने हमें समय दिया, हमारे दर्शकों को अवेयर किया, आपका हमें समय देने के लिए बहुत बहुत धन्यवाद। थैंक यू सो मच सर कि आप आए, एंड इट्स एन ऑनर फॉर मी टू हैव एन इंटरव्यू विद यू। थैंक यू सो मच सर। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਮਾਨਸ ਹਸਪੀਟਲ ਲੁਧਿਆਣਾ ਔਰ ਗੱਲ ਕਰ ਰਹੇ ਹਾਂ ਡਾਕਟਰ ਅਕਸ਼ਤ ਮਹਾਜਨ ਜੀ ਦੇ ਨਾਲ, ਜਿਹੜੇ ਕਿ ਸਕੈਟਰੀ ਦੇ ਡਾਕਟਰ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਬੇਸਿਕਲੀ ਸਕੈਟਰੀ ਹੈ ਕੀ ਚੀਜ਼, ਜਿਹੜਾ ਕਿ ਆਪਾਂ ਕਹਿ ਰਹੇ ਹਾਂ ਕਿ ਲੋਕ ਅੱਜ ਕੋਈ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਆ ਡਾਕਟਰ ਕੋਲ ਚਲੇ ਜਾਂਦੇ ਆ। ਸਕੈਟਰੀ ਦਾ ਜਿਹੜਾ ਫੀਲਡ ਅਲੱਗ ਦਾ ਫੀਲਡ ਹੈਗਾ, ਸਕੈਟਰੀ ਕੀ ਚੀਜ਼ ਹੈ? ਨਹੀਂ, ਸਾਈਕੈਟਰੀ ਵਿੱਚ ਆਮ ਜਿਵੇਂ ਹਰ ਤਰ੍ਹਾਂ ਦੀ ਜਿਵੇਂ ਬਿਮਾਰੀਆਂ ਆਉਂਦੀਆਂ, ਜਿਵੇਂ ਬੰਦੇ ਨੂੰ ਕੋਈ ਮਾਨਸਿਕ ਬਿਮਾਰੀ ਕਰਕੇ, ਜਿਵੇਂ ਬੰਦੇ ਨੂੰ ਡਿਪਰੈਸ਼ਨ ਹੈ, ਜਿਵੇਂ ਡਿਪਰੈਸ਼ਨ ਵਿੱਚ ਬੰਦੇ ਨੂੰ ਉਦਾਸੀ, ਘਬਰਾਹਟ ਵਗੈਰਾ, ਬੰਦੇ ਨੂੰ ਰੋਣ ਨੂੰ ਜੀ ਕਰਦਾ ਹੈ, ਜਿਵੇਂ ਬੰਦੇ ਨੂੰ ਨੈਗੇਟਿਵ ਵਿਚਾਰ ਆਉਂਦੇ ਗੱਲਾਂ ਅਤੇ ਕੌਨਫੀਡੈਂਸ ਘੱਟ ਜਾਂਦਾ, ਬੰਦੇ ਨੂੰ ਕੰਮ ਕਰਨ ਨੂੰ ਜੀ ਨਹੀਂ ਕਰਦਾ ਅਤੇ ਨੈਗੇਟਿਵ ਗੱਲਾਂ, ਕੋਈ ਸੁਸਾਈਡਲ ਥੋਟਸ ਆਉਂਦੇ, ਨੈਗੇਟਿਵ ਗੱਲਾਂ ਆਉਂਦੀਆਂ, ਬੰਦੇ ਨੂੰ ਨੀਂਦ ਦੀ ਸਮੱਸਿਆ ਹੋ ਜਾਂਦੀ ਹੈ, ਭੁੱਖ ਘੱਟ ਲੱਗਦੀ ਹੈ, ਅਤੇ ਇਸ ਕਰਕੇ ਕਈ ਹੋਰ ਤਰ੍ਹਾਂ ਦੀ ਜਿਵੇਂ ਬੰਦੇ ਨੂੰ ਇੰਗਜ਼ਾਇਟੀ ਦੀ ਵੀ ਬੰਦੇ ਨੂੰ ਸਮੱਸਿਆ ਹੁੰਦੀ ਹੈ, ਅਤੇ ਇਸ ਤਰ੍ਹਾਂ ਦੀ ਪ੍ਰੋਬਲਮ ਇਹ ਵੱਧ ਜਾਂਦੀ ਹੈ। ਅਤੇ ਇਹਦੇ ਵਿੱਚ ਬੱਚਿਆਂ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਅੱਜ ਕੱਲ੍ਹ, ਅਤੇ ਐਲਡਰਲੀ ਵਿੱਚ ਵੀ ਡਿਪਰੈਸ਼ਨ ਵੱਧ ਜਾਂਦਾ ਹੈ, ਇੰਗਜ਼ਾਇਟੀ ਦੀ ਵੀ ਹੁੰਦੀ ਪ੍ਰੋਬਲਮ, ਡਿਪਰੈਸ਼ਨ ਦੀ ਵੀ ਪ੍ਰੋਬਲਮ ਹੁੰਦੀ ਹੈ, ਜਾਂ ਐਕਿਊਟ ਸਟ੍ਰੈਸ ਦੀ ਲੈਵਲ ਬੰਦੇ ਵਿੱਚ ਵੱਧ ਜਾਂਦਾ ਹੈ। ਜਿਵੇਂ ਬੰਦੇ ਸਪੋਜ਼ ਕੋਈ ਬਾਹਰ ਕੋਈ ਬੱਚੇ ਬਾਹਰ ਪੜ੍ਹਦੇ ਹੈ ਜਾਂ ਘਰੇ ਮਾਂ ਬਾਪ ਹੁੰਦੇ, ਉਹ ਕਹਿੰਦੇ ਕਿ ਸਾਨੂੰ ਇੰਨਾ ਸਟ੍ਰੈਸ ਲੈਵਲ ਵੱਧ ਗਿਆ, ਡਿਪਰੈਸ਼ਨ ਵੱਧ ਗਿਆ ਹੈ, ਅਤੇ ਉੱਥੇ ਉਹ ਬੱਚਿਆਂ ਬਾਹਰ ਪੜ੍ਹਦੇ, ਉਹਨਾਂ ਨੂੰ ਲੇਡੀਜ਼ ਨੂੰ ਡਿਪਰੈਸ਼ਨ ਵੱਧ ਜਾਂਦਾ ਕਈ ਵਾਰ, ਉਸ ਕਰਕੇ ਦਿੱਕਤ ਵੱਧ ਜਾਂਦੀ, ਪਰੇਸ਼ਾਨੀ। ਦੱਸੋ, ਇੱਕ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਔਰ ਪ੍ਰੈਗਨੈਂਸੀ ਤੋਂ ਬਾਅਦ ਦੇ ਵਿੱਚ ਵੀ ਇੱਕ ਜਿਹੜਾ ਡਿਪਰੈਸ਼ਨ ਆਉਂਦਾ ਹੈਗਾ, ਕੀ ਕਹਿਣਾ ਚਾਹੋਗੇ ਕਿ ਉਹ ਨੋਰਮਲ ਜਿਹਾ ਡਿਪਰੈਸ਼ਨ ਆ, ਉਹ ਹਰੇਕ ਨੂੰ ਆ ਜਾਂਦਾ ਹੈਗਾ, ਔਰ ਅਗਰ ਉਹ ਵੀ ਵੱਧ ਜਾਵੇ ਤਾਂ ਉਹਦੇ ਲਈ ਵੀ ਮੈਡੀਸਨਸ ਨਾਲ ਬੰਦਾ ਠੀਕ ਹੁੰਦਾ, ਉਹਨੂੰ ਵੀ ਛੁਪਾਉਣਾ ਨਹੀਂ ਚਾਹੀਦਾ? ਕਿਉਂਕਿ ਆਮ ਤੌਰ 'ਤੇ ਲੋਕ ਛੁਪਾਉਂਦੇ ਨੇ ਵੀ ਨਹੀਂ ਕੋਈ ਆਉਣਾ ਸੋਚੇ ਵੀ ਅਸੀਂ ਬਿਮਾਰ ਹੋ ਗਏ ਮਾਨਸਿਕ ਤੌਰ ਦੇ ਉੱਪਰ, ਮੈਡੀਸਨ ਲੈਣ ਤੋਂ ਘਬਰਾਉਂਦੇ ਨੇ, ਮੈਡੀਸਨ ਵਾਲੀ ਸ਼ੌਪ 'ਤੇ ਜਾਣ ਤੋਂ ਘਬਰਾਉਂਦੇ ਨੇ। ਕੀ ਕਹਿਣਾ ਚਾਹੋ? ਜੇ ਲੇਡੀਜ਼ ਨੂੰ ਡਿਪਰੈਸ਼ਨ, ਐਂਗਜ਼ਾਇਟੀ ਦੀ ਜਾਂ ਪ੍ਰੈਗਨੈਂਸੀ ਵਿੱਚ ਪ੍ਰੋਬਲਮ ਹੁੰਦੀ, ਡੈਫੀਨੇਟਲੀ ਪਹਿਲੇ ਕੀ ਹੁੰਦਾ ਕਿ ਜਦੋਂ ਉਹਨਾਂ ਨੂੰ ਸਟਾਰਟਿੰਗ ਵਿੱਚ ਜਿਵੇਂ ਪ੍ਰੈਗਨੈਂਟ ਲੇਡੀਜ਼ ਹੈਗੀ ਹੈ, ਪਹਿਲੀ ਗੱਲ ਤਾਂ, ਜਾਂ ਉਹਨਾਂ ਨੂੰ ਜਦੋਂ ਪਲਾਨ ਕਰਨਾ ਪ੍ਰੈਗਨੈਂਸੀ ਜਾਂ ਪ੍ਰੈਗਨੈਂਸੀ ਤੋਂ ਬਾਅਦ ਬੱਚੇ ਨੂੰ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ। ਸਪੋਜ਼ ਇਹ ਹੁੰਦਾ ਕਿ ਸਭ ਤੋਂ ਪਹਿਲੇ ਅਗਰ ਲੇਡੀਜ਼ ਪ੍ਰੈਗਨੈਂਸੀ ਕਰਨਾ ਚਾਹੁੰਦੀ, ਪਹਿਲੀ ਗੱਲ ਹੁੰਦੀ ਹੈ ਕਿ ਜੋ ਦਿਮਾਗ ਦੀ ਪ੍ਰੋਬਲਮ ਹੈਗੀ ਹੈ, ਉਹਨਾਂ ਨੂੰ ਕਿੰਨੇ ਲੈਵਲ ਜਿਵੇਂ ਡਿਪਰੈਸ਼ਨ ਜਿਵੇਂ ਵੱਧ ਰਿਹਾ ਹੈ, ਜਾਂ ਨੀਂਦ ਦੀ ਕੋਈ ਸਮੱਸਿਆ ਵੱਧ ਰਹੀ ਹੈ, ਜਾਂ ਕੋਈ ਜਿਵੇਂ ਬੰਦੇ ਨੂੰ ਕਹਿੰਦੇ ਕਿ ਆਪਣੇ ਆਪ ਜਿਵੇਂ ਗੱਲਾਂ ਬਾਤਾਂ ਕਰਦੇ ਰਹਿੰਦੇ, ਗੁੱਸਾ ਕਰਦੇ ਹੈ, ਹਾਈਪਰ ਹੁੰਦੇ ਹੈ, ਸ਼ੱਕ ਕਰਦੇ ਹੈ ਕਿਸੇ 'ਤੇ, ਅਤੇ ਉਸ ਕਰਕੇ ਬੰਦੇ ਨੂੰ ਹਮੇਸ਼ਾ ਨੂੰ ਲੱਗਦਾ ਹੈ ਕਿ ਜਿਵੇਂ ਸਪੋਜ਼ ਪ੍ਰੈਗਨੈਂਸੀ ਤੋਂ ਬਾਅਦ ਜਿਵੇਂ ਲੇਡੀਜ਼ ਨੂੰ ਕੁਛ ਟਾਈਮ ਵਾਸਤੇ ਸਾਨੂੰ ਮੈਡੀਸਨ ਦਾ ਪਹਿਲੀ ਵਾਰ ਤਾਂ ਸਹਾਰਾ ਤਾਂ ਹੁੰਦਾ ਹੀ ਹੈ। ਦੂਜੀ ਗੱਲ ਇਹ ਹੁੰਦਾ ਹੈ ਕਿ ਸਾਨੂੰ ਕੋਈ ਕਾਉਂਸਲਿੰਗ ਕਰਾਉਣ ਦੀ ਕੋਈ ਜ਼ਰੂਰਤ ਹੈਗੀ ਹੈ, ਉਹਨਾਂ ਦੇ ਫੈਮਿਲੀ ਮੈਂਬਰ ਨੂੰ ਦੱਸਣਾ ਪੈਂਦਾ ਕਿ ਇਹਨਾਂ ਨੂੰ ਇਹ ਪ੍ਰੋਬਲਮ ਹੈਗੀ ਹੈ, ਅਤੇ ਕਾਉਂਸਲਿੰਗ ਦੀ ਵੀ ਬਹੁਤ ਜ਼ਰੂਰਤ ਹੈਗੀ ਹੈ। ਮੈਡੀਸਨਸ ਕੀ ਹੁੰਦਾ, ਜਿਵੇਂ ਉਸ ਟਾਈਮ ਲਾਈਟ ਜੀ ਮੈਡੀਸਨਸ ਹੁੰਦੀ ਹੈ, ਜਿਵੇਂ ਮਾਈਂਡ ਨੂੰ ਰਿਲੈਕਸ ਕਰਦੀ ਹੈ, ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਬਟ ਬੈਟਰ ਹੁੰਦਾ ਕਿ ਹਲਕੀ ਜੀ ਮੈਡੀਸਨ ਸਟਾਰਟ ਕਰ ਸਕਦੇ ਹੈ। ਅਗਰ ਜਿਵੇਂ ਬੰਦਾ ਕਹਿੰਦਾ ਕਿ ਪ੍ਰੈਗਨੈਂਟ ਲੇਡੀਜ਼ ਉਹ ਕਹਿੰਦੇ ਕਿ ਉਸ ਟਾਈਮ ਪ੍ਰੈਗਨੈਂਟ ਹੈਗੀ ਹੈ, ਪਰ ਬੈਟਰ ਹੁੰਦਾ ਹੈ ਕਿ ਉਸ ਟਾਈਮ ਅਸੀਂ ਮੈਡੀਸਨ ਅਵੋਇਡ ਕਰੇ, ਜਾਂ ਬਹੁਤ ਅਗਰ ਪ੍ਰੋਬਲਮ ਵੱਧਦੀ ਹੈ ਡਿਊਰਿੰਗ ਦ ਪ੍ਰੈਗਨੈਂਸੀ, ਪਰ ਇਹ ਹੁੰਦਾ ਕਿ ਉਸ ਟਾਈਮ ਸਾਨੂੰ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਪੈਂਦੀ ਹੈ ਕਿ ਪ੍ਰੋਬਲਮ ਕਿਸ ਤਰ੍ਹਾਂ ਦੀ ਆਉਂਦੀ ਹੈ ਬੰਦੇ ਨੂੰ। ਜਿਵੇਂ ਸਪੋਜ਼ ਬੰਦੇ ਨੂੰ ਉਦਾਸੀ ਹੈ, ਘਬਰਾਹਟ ਹੈ, ਰੋਣ ਨੂੰ ਜੀ ਕਰਦਾ ਹੈ, ਜਾਂ ਕੋਈ ਨੈਗੇਟਿਵ ਗੱਲਾਂ, ਕੁਛ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਡੈਫੀਨੇਟਲੀ ਕਾਉਂਸਲਿੰਗ ਦਾ ਵੀ ਇੱਕ ਸਹਾਰਾ ਰਹਿੰਦਾ ਹੀ ਹੈ ਉਸ ਦੇ ਵਿੱਚ। ਬਾਅਦ 'ਚੋਂ ਇਹ ਹੁੰਦਾ ਹੈ ਕਿ ਅਗਰ ਸਾਨੂੰ ਲੱਗਦਾ ਹੈ, ਲੋੜ ਪੈਂਦੀ ਹੈ ਕਿ ਕਾਉਂਸਲਿੰਗ ਤੋਂ ਬਾਅਦ ਕੋਈ ਮੈਡੀਸਨ ਦਾ ਸਹਾਰਾ ਹੈ, ਅਤੇ ਮੈਡੀਸਨ ਇੱਕ ਲੈਵਲ 'ਤੇ ਕੁਛ ਟਾਈਮ ਚਾਹੇ ਹਲਕੀ ਜਿਹੀ ਸਟਾਰਟ ਕਰ ਸਕਦੇ ਹੋ। ਅਗਰ ਸਾਨੂੰ ਲੱਗੇ ਕੰਡੀਸ਼ਨ ਸਵੀਅਰ ਹੋ ਰਹੀ ਹੈ, ਡੈਫੀਨੇਟਲੀ ਸਾਨੂੰ ਮੈਡੀਸਨ ਦੇਣਾ ਸਹਾਰਾ ਦੇਣਾ ਪੈਂਦਾ ਸਾਨੂੰ। ਦੱਸੋ, ਕੀ ਕਹਿਣਾ ਚਾਹੋਗੇ ਕਿ ਪ੍ਰੈਗਨੈਂਸੀ ਤੋਂ ਬਾਅਦ ਦੇ ਵਿੱਚ ਜਦੋਂ ਬੱਚੇ ਛੋਟੇ ਹੁੰਦੇ ਆ, ਉਦੋਂ ਵੀ ਇੱਕ ਸਟੇਜ ਆਉਂਦੀ ਹੈਗੀ ਹੈ ਜਦੋਂ ਬੱਚਾ ਮਿਲਕ ਲੈ ਰਿਹਾ ਹੁੰਦਾ, ਮਦਰ ਦੀ ਫੀਡ ਲੈ ਰਿਹਾ ਹੁੰਦਾ,
ਉਦੋਂ ਵੀ ਇੱਕ ਵਾਰੀ ਡਿਪਰੈਸ਼ਨ ਦੀ ਜਿਹੜੀ ਹੈਗੀ ਆ ਪ੍ਰੋਬਲਮ ਹਰੇਕ ਲੇਡੀਜ਼ ਨੂੰ ਥੋੜ੍ਹੀ ਬਹੁਤ ਆਉਂਦੀ ਹੈਗੀ ਆ, ਔਰ ਕਈ ਤਾਂ ਵਿੱਚ ਹੀ ਮਤਲਬ ਆਪਣੇ ਆਪ ਹੀ ਸੈੱਟ ਹੋ ਜਾਂਦੇ ਆ, ਔਰ ਕਈਆਂ 'ਚ ਉਹਦੇ 'ਚ ਵੀ ਮੈਡੀਸਨਸ ਲੈਣੀ ਪੈਂਦੀ। ਜਿਵੇਂ ਕਈ ਦੇਖਿਓ ਕੀ ਹੁੰਦਾ, ਜਿਵੇਂ ਲੈਕਟੇਸ਼ਨ ਜੋ ਜਿਵੇਂ ਫੀਡਿੰਗ ਕਰਦੇ ਪਏ ਹੈ ਜਾਂ ਲੈਕਟੇਟਿੰਗ ਹੁੰਦੇ, ਡੈਫੀਨੇਟਲੀ ਉਸਦੇ ਵਿੱਚ ਕਈ ਮੈਡੀਸਨ ਸਾਨੂੰ ਦੇਣੀ ਪੈਂਦੀ ਹੈ। ਪਰ ਕਈ ਮੈਡੀਸਨਸ ਕੀ ਹੁੰਦੀ, ਜਿਵੇਂ ਸਪੋਜ਼ ਅਸੀਂ ਮੈਡੀਸਨ ਦਿੰਦੇ, ਕਈ ਨਾਲ ਸਾਈਡ ਇਫੈਕਟ ਇਹ ਹੁੰਦਾ ਕਿ ਚਲੋ ਨੀਂਦ ਦੀ ਕੋਈ ਸਮੱਸਿਆ ਜ਼ਿਆਦਾ ਆਉਂਦੀ ਹੈ, ਉਸ ਹਿਸਾਬ ਸੇ ਸਾਨੂੰ ਇਹ ਹੁੰਦਾ ਕਿ ਸਪੋਜ਼ ਅਸੀਂ ਲਾਈਟ ਮੈਡੀਸਨ ਸਟਾਰਟ ਕरें ਜੋ ਮਾਈਲਡ ਹੁੰਦੀ ਹੈ, ਅਸੀਂ ਘੱਟ ਤੋਂ ਘੱਟ ਕरें। ਜਿਵੇਂ ਬਾਈ ਚਾਂਸ ਅਗਰ ਜਿਵੇਂ ਬੱਚੇ ਉੱਠਦੇ ਰਾਤੀ ਪਰੇਸ਼ਾਨ ਕਰਦੇ, ਚਲੋ ਉੱਠ ਜਾਂਦੇ, ਉਹਨਾਂ ਦੀ ਇੱਕ ਤਾਂ ਸਲੀਪ ਪੈਟਰਨ ਡੈਫੀਨੇਟਲੀ ਡਿਸਟਰਬ ਹੁੰਦਾ ਹੀ ਹੈ, ਪਰ ਉਹਨਾਂ ਨੂੰ ਇੱਕ ਲਾਈਟ ਮੈਡੀਸਨ ਦਾ ਸਹਾਰਾ ਡੈਫੀਨੇਟਲੀ ਦੇਣਾ ਪੈਂਦਾ ਉਸ ਟਾਈਮ ਵਾਸਤੇ। ਜਦੋਂ ਚਲੋ 6 ਮੰਥਸ ਹੋ ਜਾਏ ਜਾਂ 1.5 ਸਾਲ ਹੋ ਜਾਏ, ਉਸ ਤੋਂ ਬਾਅਦ ਫਿਰ ਸਾਨੂੰ ਲੱਗਦਾ ਹੈ ਕਿ ਮੈਡੀਸਨ ਫਿਰ ਦੇਣੀ ਪੈਂਦੀ ਡੈਫੀਨੇਟਲੀ, ਫਿਰ ਅਸੀਂ ਸਟਾਰਟ ਕਰ ਸਕਦੇ ਹਾਂ। ਪਰ ਕੁਛ ਟਾਈਮ ਵਾਸਤੇ ਇੱਕ ਲਾਈਟ ਮੈਡੀਸਨ ਅਸੀਂ ਦੇ ਸਕਦੇ ਕੁਛ ਟਾਈਮ ਵਾਸਤੇ। ਡਾਕਟਰ ਸਾਹਿਬ, ਛੋਟੇ ਛੋਟੇ ਬੱਚੇ ਜਿਹੜੇ ਹੈਗੇ ਉਹ ਵੀ ਉਗਰ ਹੋ ਰਹੇ ਨੇ, ਉਹਨਾਂ ਦਾ ਬਿਹੇਵੀਅਰ ਚੇਂਜ ਆ ਰਿਹਾ ਹੈਗਾ, ਕਿਉਂਕਿ ਪਹਿਲਾਂ ਸਮਾਂ ਜਿਹੜਾ ਸੀਗਾ ਜਦੋਂ ਅਸੀਂ ਆਪਣੇ ਮਾਂ-ਬਾਪ ਕੋਲ ਬੈਠ ਕੇ ਕਹਾਣੀਆਂ ਸੁਣਦੇ ਸੀਗੇ, ਆਪਣੇ ਦਾਦਾ ਦਾਦੀ ਦੇ ਨਾਲ ਟਾਈਮ ਸਪੈਂਡ ਕਰਦੇ ਸੀਗੇ, ਔਰ ਅੱਜ ਦਾ ਸਮਾਂ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਆ, ਛੋਟੇ ਛੋਟੇ ਬੱਚੇ ਆ ਜਿਹੜੇ ਹੈਗੇ, ਉਹ ਸਾਰਾ ਦਿਨ ਮੋਬਾਈਲ 'ਤੇ ਪੌਰਨ ਨੇ, ਸਾਰਾ ਦਿਨ ਉਹਨਾਂ ਦਾ ਮਾਈਂਡ ਮੋਬਾਈਲ ਦੇ ਉੱਪਰ ਲੱਗਿਆ ਹੋਇਆ, ਔਰ ਮੋਬਾਈਲ ਦੇ ਉੱਪਰ ਮਾਈਂਡ ਲੱਗਣ ਦੇ ਨਾਲ ਇੱਕ ਸਟੇਜ ਐਸੀ ਆ ਜਾਂਦੀ ਹੈ ਕਿ ਉਹਨਾਂ ਦਾ ਜੀਅ ਨਹੀਂ ਲੱਗਦਾ। ਪਹਿਲਾਂ ਨਿੱਕੇ ਨਿੱਕੇ ਹੁੰਦੇ ਕਹਿਣ ਲੱਗ ਜਾਂਦੇ ਆ ਕਿ ਸਾਡਾ ਜੀਅ ਨਹੀਂ ਲੱਗਦਾ। ਜਿਵੇਂ ਦੇਖਿਓ ਅੱਜ ਕੱਲ੍ਹ ਜੋ ਜਨਰੇਸ਼ਨ ਜੋ ਬੱਚਿਆਂ ਹੈ, ਸਾਰਾ ਟਾਈਮ ਦੇਖੋ ਮੋਬਾਈਲ ਡੈਫੀਨੇਟਲੀ ਉਹਦਾ ਮੋਬਾਈਲ ਦੇ ਸਾਈਡ 'ਤੇ ਇੰਨੇ ਹੁੰਦੇ ਕਿ ਜਦੋਂ ਬੱਚਾ ਜਾਂ ਸਵੇਰੇ ਉੱਠ ਕੇ ਵੀ ਸਾਰਾ ਟਾਈਮ ਪਹਿਲੇ ਮੋਬਾਈਲ ਚੈੱਕ ਕਰੇਗਾ ਜਾਂ ਲੈਪਟਾਪ ਕਰਦੇ ਹੈ, ਉਹਨਾਂ ਉਸ ਕਰਕੇ ਮਾਈਂਡ ਇੰਨਾ ਪਰੇਸ਼ਾਨ। ਜਿਵੇਂ ਉਹਨਾਂ ਵਿੱਚ ਸਪੋਜ਼ ਜਿਵੇਂ ਪਹਿਲੇ ਕੀ ਹੁੰਦਾ ਸੀਗਾ, ਗੈਦਰਿੰਗ ਹੁੰਦੀ ਸੀ, ਜਦੋਂ ਚਲੋ ਸਭ ਫੈਮਿਲੀ ਇਕੱਠੇ ਡਿਨਰ ਲੰਚ ਇਕੱਠੇ ਕਰਦੇ ਹੈ, ਉਸ ਟਾਈਮ ਵੀ ਚਲੋ ਬੱਚੇ ਮੋਬਾਈਲ ਚਲਾਉਂਦੇ ਪਏ, ਪਰ ਉਸ ਕਰਕੇ ਜੋ ਮਾਈਂਡ ਬੱਚਿਆਂ ਦੇ ਇਹ ਪ੍ਰੋਬਲਮ ਆਉਂਦੀ ਹੈ ਕਿ ਹਾਈਪਰਨੈਸ, ਇਰੀਟੇਬਿਲਿਟੀ, ਗੁੱਸਾ ਵੱਧ ਜਾਂਦਾ ਹੈ ਇੱਕ ਐਕਸਟ੍ਰੀਮ ਲੈਵਲ 'ਤੇ ਵੀ। ਉਹ ਕਈ ਵਾਰ ਉਸ ਤਰ੍ਹਾਂ ਕੀ ਕਰਦੇ, ਆਪਣੇ ਪੇਰੈਂਟਸ ਦੇ ਖਿਲਾਫ ਹੋ ਜਾਂਦੇ ਕਿ ਉਹ ਮੇਰੇ 'ਤੇ ਸ਼ੱਕ ਕਰਦੇ, ਇਹ ਮੇਰੇ 'ਤੇ ਗੁੱਸਾ ਕਰਦੇ ਹੈ, ਮੈਂ ਇਹਨਾਂ ਦੇ ਅਗੇਂਸਟ ਆ ਗਿਆ। ਅਤੇ ਉਹ ਉਸ ਕਰਕੇ ਮੋਬਾਈਲ ਇੰਨੀਆਂ ਜਿਵੇਂ ਜੋ ਸਾਈਟਸ ਆਉਂਦੀ ਹੈ ਅਤੇ ਉਹ 'ਚ ਵੀ ਕੁਛ ਵੀ ਜੇ ਸਪੋਜ਼ ਬੱਚਾ ਗੂਗਲ ਕਰਦਾ ਪਿਆ, ਸਰਚ ਕਰਦਾ ਪਿਆ, ਅੱਛਾ ਇਹ ਪ੍ਰੋਬਲਮ ਹੈ, ਇਹ ਵੱਧ ਗਈ ਹੈ, ਇਹ ਪ੍ਰੋਬਲਮ ਹੈ, ਇੰਪਲਸਿਵਿਟੀ ਹੈ, ਹਾਈਪਰਨੈਸ ਹੈ, ਇੰਨੀ ਵੱਧ ਜਾਂਦੀ ਹੈ ਬੱਚਿਆਂ ਵਿੱਚ। ਉਹ ਕਹਿੰਦੇ ਕਿ ਚਲੋ ਮੇਰੇ ਕੋਲ ਜਿਵੇਂ ਕੋਈ ਫ਼ੋਨ ਹੈਗਾ, ਦੂਜੇ ਦਾ ਕੋਈ ਦੋਸਤ ਕੋਲ ਵੀ ਮੇਰਾ ਸਮਾਰਟਫੋਨ ਹੈਗਾ, ਨਹੀਂ ਇਹ ਬੜੀ ਪ੍ਰੋਬਲਮ ਵੱਧ ਜਾਂਦੀ ਹੈ। ਉਸ ਕਰਕੇ ਕਿ ਬੱਚਾ ਕਹਿੰਦਾ ਕਿ ਨਹੀਂ ਮੈਨੂੰ ਵੀ ਉਹ ਚੀਜ਼ ਚਾਹੀਦੀ ਹੈ। ਅਤੇ ਫੈਮਿਲੀ ਵਿੱਚ ਅੱਜ ਕੱਲ੍ਹ ਇਕੱਠੇ ਬੈਠਣਾ ਉਹ ਤਾਂ ਇਸ ਤਰ੍ਹਾਂ ਹੁੰਦਾ ਜਿਵੇਂ ਚਲੋ ਹਸਬੈਂਡ ਅਤੇ ਵਾਈਫ ਹੈ, ਉਹ ਵੀ ਮੋਬਾਈਲ ਚਲਾਉਂਦੇ ਹੈ ਅਤੇ ਬੱਚੇ ਵੀ ਮੋਬਾਈਲ ਚਲਾਉਂਦੇ, ਪਰ ਇਕੱਠੇ ਜਿਵੇਂ ਬੈਠਦੇ ਸਭ ਲੋਕ ਖਾਣਾ ਖਾਂਦੇ ਵੀ ਹੈ, ਉਸ ਟਾਈਮ ਕਦੇ ਆਪਸ 'ਚ ਗੱਲ ਬਹੁਤ ਹੀ ਘੱਟ ਤੋਂ ਘੱਟ ਕਰਾਂਗੇ। ਜਦੋਂ ਖਾਣਾ ਖਾ ਲਿਆ, ਚਲੋ ਕੋਈ ਬੱਚਾ ਆਪਣੇ ਰੂਮ 'ਚ ਚਲਾ ਗਿਆ, ਪੇਰੈਂਟਸ ਆਪਣੇ ਰੂਮ 'ਚ ਚਲੇ ਗਏ, ਪਰ ਉਸ ਕਰਕੇ ਬੱਚਿਆਂ ਵਿੱਚ ਇਹ ਇੰਪਲਸਿਵਿਟੀ, ਬਹੁਤ ਗੁੱਸਾ ਵੱਜ ਜਾਂਦਾ ਹੈ। ਕੁਛ ਵੀ ਬੱਚਾ ਕਰਦਾ, ਚਾਹੇ ਸਕੂਲ ਜਾਂਦਾ ਹੀ ਹੈ, ਸਕੂਲ ਦੇ ਵਿੱਚ ਕੋਈ ਚੀਜ਼ਾਂ ਸਿੱਖਦਾ ਹੈ, ਪਰ ਉੱਥੇ ਜਿਵੇਂ ਗੈਜਟਸ ਹੁੰਦੇ ਹੈ ਉੱਥੇ ਯੂਜ਼ ਕਰਦੇ ਹੈ, ਪਰ ਉਸ ਕਰਕੇ ਮਾਈਂਡ ਅਪਸੈਟ, ਪਰੇਸ਼ਾਨ, ਗੁੱਸਾਪਨ, ਹਾਈਪਰਨੈਸ। ਕਦੇ ਕੀ ਹੁੰਦਾ ਉਹ ਘਰੇ ਭੱਜ ਜਾਣਗੇ, ਕहेंगे ਸਾਨੂੰ ਇੱਥੇ ਰਹਿਣਾ ਨਹੀਂ ਹੈ, ਉਹ ਸਾਡੇ ਅਗੇਂਸਟ ਹੈ ਫੈਮਿਲੀ ਮੈਂਬਰਸ, ਅਤੇ ਅਸੀਂ ਉਸ ਕਰਕੇ ਮਾਈਂਡ ਅਪਸੈਟ, ਪਰੇਸ਼ਾਨ ਹੋਣਾ ਵੱਧ ਜਾਂਦਾ, ਡਿਪਰੈਸ਼ਨ ਵੱਧ ਜਾਂਦਾ ਬੱਚਿਆਂ ਦੇ ਵਿੱਚ। ਦੱਸੋ, ਜੰਕ ਫੂਡਸ ਜਿਹੜੇ ਕਿ ਅੱਜ ਬਹੁਤ ਰੁਝਾਨ ਹੋ ਰਿਹਾ, ਲੋਕ ਘਰ ਦੇ ਬਣੇ ਖਾਣੇ ਨੂੰ ਛੱਡ ਕੇ ਉਹ ਚੀਜ਼ਾਂ ਖਾ ਰਹੇ ਨੇ, ਔਰ ਐਕਸਰਸਾਈਜ਼ ਦਾ ਬਾਬ ਹੋ ਰਿਹਾ ਹੈਗਾ। ਆਪਾਂ ਥੋੜ੍ਹੀ ਦੂਰ ਜਾਣਾ ਅਤੇ ਅਸੀਂ ਕਾਰਾਂ ਨੂੰ ਲੱਭਦੇ ਹੈਗੇ ਹਾਂ। ਕੀ ਕਹਿਣਾ, ਜੋ ਕਿਤੇ ਨਾ ਕਿਤੇ ਆ ਕੇ ਇਹ ਵੀ ਚੀਜ਼ਾਂ ਨਾਲ ਇਸ ਚੀਜ਼ ਦੇ ਅਟੈਚ ਹੁੰਦੀਆਂ ਨੇ ਕਿ ਜਦੋਂ ਅਸੀਂ ਗੰਦੇ ਫੂਡ ਖਾ ਲਏ ਆ, ਤੇਜ਼ਾਬ ਬਣ ਗਿਆ, ਮਾਈਂਡ ਸੈਟਅਪ ਸਾਡਾ, ਖੁਸ਼ੀ ਨਹੀਂ ਹੈ ਸਾਡੇ 'ਚ, ਭੱਜਣ 'ਚ ਅਸੀਂ ਲੇਜ਼ੀਨੈਸ ਸਾਡੇ 'ਚ ਆ ਗਈ ਆ। ਇਹ ਵੀ ਮਤਲਬ ਉਹਨੂੰ ਇੱਕ ਤਰ੍ਹਾਂ ਅੱਗ 'ਚ ਜਿਵੇਂ ਤੇਲ ਪਾਉਂਦੇ ਹੈਗੇ ਆ, ਉਹ ਵਾਲੀ ਗੱਲ ਹੁੰਦੀ ਆ। डेफिनेटली आजकल यंगस्टर जो बच्चे हैं जंक फूड बहुत इस्तेमाल करते हैं, कुरकुरे चलो लेज़ हो गए हैं, मैगी है, तो दे आर टेकिंग सो मच अनहाइजीनिक, जैसे जंक फूड बहुत लेते हैं और तली चीज़ तो बच्चे बहुत लेते हैं। और स्पेशली जैसे चलो कई लोग होंगे कि वो कहते चलो राती खाना खा लो, तो कई बार की होंगे बंदे जिਵੇਂ सपोज बंदे ने कोई तली चीज़ या कोई जंक फूड बंदे ने खाया भी है, ਉਹ ਬੰਦੇ ਨੂੰ ਕਹਿੰਦਾ ਕੋਈ ਤੇਜ਼ਾਬ ਬਣ ਗਿਆ, ਇੰਨੀ ਐਸਿਡਿਟੀ ਬੰਦੇ ਨੂੰ ਬਣ ਜਾਂਦੀ ਹੈ, ਬੰਦਾ ਕਹਿੰਦਾ ਫਿਰ ਚਾਹ ਪੀਂਦੇ, ਇੰਨੇ ਐਕਸੈਸਿਵ ਚਾਹ ਵੀ ਲੋਕ ਪੀਂਦੇ ਇੰਨੇ ਜ਼ਿਆਦਾ। ਅਤੇ ਪਰ ਇਹ ਹੁੰਦਾ ਹੈ ਕਿ ਬੱਚਿਆਂ ਵਿੱਚ ਇਹ ਜੰਕ ਫੂਡ, ਮੈਗੀ ਇਹ ਬਹੁਤ ਕਾਮਨ ਹੈਗੀ ਹੈ, ਕਿਉਂਕਿ ਲੋਕ ਅਗਰ ਅਨਹਾਈਜੀਨਿਕ ਫੂਡ ਖਾਵਾਂਗੇ ਉਹ ਨਾ ਡੈਫੀਨੇਟਲੀ ਮਾਈਂਡ ਇੰਬੈਲੈਂਸ ਹੁੰਦਾ ਹੀ ਹੈ ਡੈਫੀਨੇਟਲੀ, ਅਤੇ ਉਸ ਕਰਕੇ ਮਾਈਂਡ ਅਪਸੈਟ ਹੋਣਾ, ਪਰੇਸ਼ਾਨ ਹੋ ਜਾਣਾ। ਅਗਰ ਤੁਸੀਂ ਹੈਲਦੀ ਫੂਡ ਖਾਓਗੇ, ਜਿਵੇਂ ਸਪੋਜ਼ ਚਲੋ हैव अ हेल्दी ग्लास ऑफ मिल्क हो गया, ग्रीन लीफली वेजिटेबल सैलड्स खाइए, फ्रूट्स खाइए, इतनी अच्छी चंगी जो डाइट्स ਦਿੱਤੀ ਹੈ, ਉਸ ਕਰਕੇ ਮਾਈਂਡ ਅਪਸੈਟ, ਜਿਵੇਂ ਮਾਈਂਡ ਵਧੀਆ ਹੋ ਜਾਂਦਾ, ਉਸ ਕਰਕੇ ਮਾਈਂਡ ਪੀਸਫੁਲ ਰਹਿੰਦਾ ਹੈ। ਅਗਰ ਜਿਵੇਂ ਤੁਸੀਂ ਦੇਖੋ, ਅਗਰ ਇਹ ਡਾਇਟ ਖਾਵਾਂਗੇ ਅਨਲੈਸ ਬੰਦਾ ਲੇਜ਼ੀ, ਥਕਾਵਟ, ਬੰਦੇ ਨੂੰ ਸੁਸਤੀ ਪੈਂਦੀ ਹੈ, ਬੰਦਾ ਕਹਿੰਦਾ ਚਲੋ ਲੇਟਣ ਨੂੰ ਜੀ ਕਰਦਾ ਹੈ, ਸਾਰਾ ਟਾਈਮ ਲੇਟਾ ਰਹੇਗਾ,
ਤੇ ਉਸ ਕਰਕੇ ਫਿਰ ਬੰਦਾ ਕਹਿੰਦਾ ਕਿ ਚਲੋ ਮੈਂ ਐਕਸਰਸਾਈਜ਼ ਕਰਨਾ, ਉਹ ਵੀ ਐਕਸਰਸਾਈਜ਼ ਵੀ ਨਹੀਂ ਕਰਦੇ। ਤੇ ਅਗਰ ਤੁਸੀਂ ਐਕਸਰਸਾਈਜ਼ ਯੋਗਾ ਮੈਡੀਟੇਸ਼ਨ ਕਰੋ, ਥੋੜਾ ਮਾਈਂਡ ਨੂੰ ਰਿਲੈਕਸ ਵੀ ਰਹਿੰਦਾ ਹੈ। ਕਮ ਸੇ ਕਮ ਚਾਹੇ ਹਾਫ ਐਨ ਆਵਰ ਬੱਚਿਆਂ ਵਾਸਤੇ ਚਾਹੇ ਯੋਗਾ ਕਰੋ, ਮੈਡੀਟੇਸ਼ਨ ਕਰੋ, ਚਾਹੇ ਤੁਸੀਂ ਜੋਗਿੰਗ, ਸਾਈਕਲਿੰਗ ਕੁਝ ਵੀ ਕਰ ਸਕਦੇ ਹੋ, ਐਕਸਰਸਾइज ਜਾਂ ਜਿਮ ਸਟਾਰਟ ਕੀजिए। ਉਸ ਦਾ ਕਰਕੇ ਮਾਈਂਡ ਰਿਲੈਕਸ ਵੀ ਡੈਫੀਨੇਟਲੀ ਰਹਿੰਦਾ ਹੈ, ਮਾਈਂਡ ਪੀਸਫੁਲ ਰਹੇਗਾ ਤੁਹਾਡਾ। ਅਗਰ ਅਸੀਂ ਅਨਹੈਲਦੀ ਫੂਡ ਖਾਵਾਂਗੇ ਉਸ ਦਾ ਮਾਈਂਡ ਸਲੋ ਹੋ ਜਾਂਦਾ ਹੈ ਤੇ ਉਸ ਕਰਕੇ ਮਾਈਂਡ ਨੂੰ ਹੋਰ ਪਰੇਸ਼ਾਨੀਆਂ ਵੱਧ ਜਾਂਦੀ ਹੈ ਡੈਫੀਨੇਟਲੀ। ਦੱਸੋ ਇਹ ਹਸਪੀਟਲ ਵਿੱਚ ਕੀ ਫੈਸਿਲਿਟੀਜ਼ ਅਵੇਲੇਬਲ ਨੇ ਸਕੈਟਰੀ ਦੀਆਂ? ਇਹਦੇ ਵਿੱਚ ਸਾਡੇ ਇੱਕ ਤਾਂ ਪਹਿਲੀ ਗੱਲ ਹੈ, ਇੱਕ ਤਾਂ ਸਾਈਕੋਲੋਜਿਸਟ ਹੈ ਸਾਡੇ ਕੋਲ, ਤੇ ਦੂਜੀ ਗੱਲ ਹੈ ਕਿ ਸਾਡੇ ਇੱਥੇ ਐਡਮਿਸ਼ਨ ਵੀ ਅਸੀਂ ਫੈਸਿਲਿਟੀ ਹੈ ਸਾਡੇ ਕੋਲ। ਤੇ ਅਸੀਂ ਇੱਥੇ ਜੋ ਪਹਿਲੀ ਗੱਲ ਹੈ ਕਿ ਲੈਬ ਦੇ ਟੈਸਟ ਵਗੈਰਾ ਵੀ ਇੱਥੇ ਹੁੰਦੇ ਸਾਡੇ ਹਸਪੀਟਲ ਦੇ ਵਿੱਚ। ਤੇ ਅਸੀਂ ਜੋ ਐਡਮਿਸ਼ਨ ਵੀ ਕਰਦੇ ਹਾਂ ਇੱਥੇ, ਤੇ ਪੇਸ਼ੈਂਟ ਨੂੰ ਜਿਵੇਂ ਹਰ ਤਰ੍ਹਾਂ ਦੇ ਸਪੋਜ਼ ਸਾਡੇ ਕੋਲ ਐਡਮਿਸ਼ਨ ਜਿਵੇਂ ਡਿਪਰੈਸ਼ਨ ਦੇ ਹੈ, ਐਂਗਜ਼ਾਈਟੀ ਦੇ ਹੈ, ਜਿਵੇਂ ਸਾਡੇ ਕੋਲ ਮਾਈਗ੍ਰੇਨ ਦੇ ਕੋਈ ਹੈਡੇਕ ਦੀ ਪ੍ਰੋਬਲਮ ਕਰਕੇ ਪੇਸ਼ੈਂਟ ਆਉਂਦੇ ਹੈ, ਐਡਮਿਟ ਕਰਦੇ ਅਸੀਂ। ਚਾਹੇ ਪੇਸ਼ੈਂਟ ਨੂੰ ਬਾਈਪੋਲਰ ਦੀ ਪ੍ਰੋਬਲਮ ਹੈਗੀ ਹੈ, ਚਾਹੇ ਐਡਿਕਸ਼ਨ ਦੀ ਪ੍ਰੋਬਲਮ ਹੈਗੀ ਹੈ, ਤੇ ਜਿਨ੍ਹਾਂ ਨੂੰ ਕੋਈ ਸਲੀਪ ਦੀ ਪ੍ਰੋਬਲਮ ਹੈਗੀ ਹੈ, ਜੋ ਜਿਵੇਂ ਬੱਚੇ ਗੁੱਸਾ ਹਾਈਪਰਨੈਸ ਕਰਦੇ ਹੈ, ਉਹਨਾਂ ਵਾਸਤੇ ਅਸੀਂ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ। ਉਹਨਾਂ ਵਾਸਤੇ ਸਾਡੇ ਕੋਲ ਇੱਕ ਸਾਈਕੋਲੋਜਿਸਟ ਹੁੰਦਾ, ਉਹਨਾਂ ਦੀ ਕਾਉਂਸਲਿੰਗ ਵਗੈਰਾ ਅਸੀਂ ਕਰਦੇ ਪੇਸ਼ੈਂਟਾਂ ਦੀ, ਤੇ ਅਟੈਂਡੈਂਟ ਉਹਨਾਂ ਦੀ ਵੀ ਕਾਉਂਸਲਿੰਗ ਹੁੰਦੀ ਹੈ। ਤੇ ਇੱਥੇ ਸਾਡੇ ਕੋਲ ਜਿਵੇਂ ਪ੍ਰੋਪਰ ਫੈਸਿਲਿਟੀ ਹੁੰਦੀ ਹੈ ਕਾਉਂਸਲਰ ਦੀ ਵੀ, ਤੇ ਐਡਮਿਸ਼ਨ ਦੀ ਵੀ, ਤੇ OPD ਸਾਡੇ ਇੱਥੇ ਫੈਸਿਲਿਟੀ ਹੁੰਦੀ ਹੈ ਜੀ। ਤਾਂ ਸਰ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਮੈਡੀਸਨ ਦੇ ਨਾਲ ਬੰਦੇ ਨੂੰ ਥੋੜ੍ਹਾ ਜਿਹਾ ਜਿਹੜਾ ਨਸ਼ੇ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਮੈਡੀਸਨ ਦੇ ਨਾਲ ਪਹਿਲਾਂ ਡਿਟੌਕਸੀਫਿਕੇਸ਼ਨ ਹੋ ਜਾਂਦੀ ਹੈਗੀ ਆ, ਉਸ ਤੋਂ ਬਾਅਦ ਕਾਉਂਸਲਿੰਗ ਔਰ ਉਸ ਤੋਂ ਬਾਅਦ ਮੈਡੀਸਨ। ਔਰ ਉਹ ਪੇਸ਼ੈਂਟ ਜਿਹੜੇ ਬਹੁਤ ਨਸ਼ੇ ਦੀ ਦਲਦਲ 'ਚ ਧਸੇ ਹੁੰਦੇ ਆ, ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਬੱਚਿਆਂ ਨੂੰ ਹੁਣ ਕੋਈ ਵੀ ਇਹਦਾ ਇਲਾਜ ਨਹੀਂ ਹੈ, ਉਹ ਵੀ ਪੇਸ਼ੈਂਟਸ ਨੂੰ ਤੁਸੀਂ ਇੱਕ ਨਵੀਂ ਜ਼ਿੰਦਗੀ ਦੇ ਚੁੱਕੇ ਇੱਥੇ। डेफिनेटली जिवें साढ़े को पेशेंट आते सबसे पहले असी देखते हैं, असैसमेंट करते हैं कि पेशेंट साढ़े को आया है कि किस तरह की बीमारी। सबसे पहले असी देखते हैं कि बंदे नूं या कोई प्रॉब्लम आ गई है, कि माइल्ड है, कि मॉडरेट है, कि सीवियर है। सब तो पहले असी असैसमेंट करते अपनी वालों कि बंदे नूं कि मैडिसिन की पहली गल सहारा की जरूरत हैगी है कि नहीं हैगी है। दूजी गल होंदी है कि असी काउंसलिंग करानी है। पहले सपोज साढ़े को पेशेंट माइल्ड प्रॉब्लम हैगी है, बंदे नूं डिप्रैशन की प्रॉब्लम हैगी है, असी सब तो पहले काउंसलिंग करवाते हैं, उसकी गल्लां बातां सुनते हैं कि प्रॉब्लम की आती है, कि मेजर इशूज़ की मतलब सपोज कोई स्ट्रैस है लाइफ है, फाइनैंशियल प्रॉब्लम्स हैगी है, स्ट्रैस है, कुछ भी हैगी है लाइफ दे विच, ते असी पहले असैसमेंट करते हैं कि। दूजी गल होंदी है अगर सानू लगता है कि मैडिसन का सहारा है तो हल्की जी मैडिसन तो हैल्प डेफिनेटली असी देंदे ही हैं, चाहे बंदे नूं एंगजाइटी दी भी है, स्ट्रैस दी हैगी है, तो उस करके सानू अगर लगता है मैडिसिन भी देंदे हैं। तो काउंसलिंग के सैशनस काफ़ी होंगे, जिवें 5-6 सैशनस है या 7-8 डिपेंड करते, सानू काउंसलिंग के सैशनस रेगूलरली कराने चाहिए। यह नहीं होंदा कि एक काउंसलिंग असी सैशन कराया तो बाद चो असी महीने बाद 15 दिन के बाद महीने जो आना है, यह नहीं होंदा। बैटर होंदा है कि रेगूलरली असी काउंसलिंग कराए। दूजी गल होंदी है कि मैडिसिन सानू अगर लोड़ पैंदी कि अगर बहुत ज़्यादा मेजर प्रॉब्लम वधदी पई है तो उस करके सानू सिम्पटम वाइज सानू डिप्रैशन दी है, एंगजाइटी दी है, कोई स्लीप की प्रॉब्लम हैगी है, उस करके सानू दवाइयाँ देनी पैंदी है। तो एक और होंदा है कि डेफिनेटली पेशेंट अगर रेगूलरली मैडिसिन खाते हैं वो डेफिनेटली उन्होंने प्रॉब्लम ठीक हो जाती हैगी है। दूजी गल होंदी है कई लोग दवाइयाँ छड़ देंदे हैगे तो उस करके कईयां नूं रिलैप्स की बीमारी जिवें बंदे नूं दोबारा तो डिप्रैशन वध जाता है। तो काफ़ी लोग इत्थे जिवें साडे कोल एडमिट होंदे हैं या असी साडे डिप्रैशन के पेशेंट असी करते हैं तो डेफिनेटली उन्होंने केयर प्रॉपर दी जाती है, डेफिनेटली होंदा है। डॉक्टर साहब, यू आर एन इंस्टीट्यूशन, यू हैव लॉन्ग डाटा, सानू समझ देने लिए बहुत बहुत धन्यवाद। थैंक यू जी। ਮਾਨਸ ਹਸਪੀਟਲ ਜਿਹੜਾ ਸਕੈਟਰੀ ਦਾ ਵੀ ਹਸਪੀਟਲ ਹੈ, ਉਹਦੇ ਨਾਲ ਇੰਟਰਨਲ ਮੈਡੀਸਨ ਆਪਾਂ ਡਾਕਟਰ ਪੰਕਜ ਜੀ ਦੇ ਨਾਲ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਮਾਨਸ ਹਸਪੀਟਲ ਜਿਹੜਾ ਇੱਕ ਫੁੱਲ ਫਲੇਜ ਹਸਪੀਟਲ ਹੈ ਜਿਹਦੇ ਵਿੱਚ ਸਕੈਟਰੀ, ਲੈਬੋਰਟਰੀ ਟੈਸਟ ਔਰ ਪਲੱਸ ਡੀ ਐਡਿਕਸ਼ਨ ਦੇ ਜਿਹੜੇ ਵੀ ਪੇਸ਼ੈਂਟਸ ਆਉਂਦੇ ਨੇ ਇੱਥੇ, ਔਰ ਉਹਦੇ ਨਾਲ ਇੰਟਰਨਲ ਮੈਡੀਸਨ, ਤੁਸੀਂ ਇੰਟਰਨਲ ਮੈਡੀਸਨ ਦੇ ਸਪੈਸ਼ਲਿਸਟ ਹੋ, ਇੱਥੇ ਸੇਵਾ ਦੇ ਰਹੇ ਹੋ, ਕੀ ਕਹਿਣਾ ਚਾਹੋਗੇ? नमस्कार सर, मेरा डॉक्टर पंकज सेठ है, मैं MD मेडिसिन डॉक्टर हाँ। तो मैं रिसेंटली मानस हॉस्पिटल लास्ट 2 मंथ्स तो ज्वाइन किया है। जो एक मैडिसिन की प्रैक्टिस लिए हॉस्पिटल से जो सुविधावां होनी चाहिए हैं, एक पेशेंट को अटेंड करने लिए OPD कंपलैक्स, फार्मेसी, लैबोरेटरी, अच्छे पेशेंट इंडोर पेशेंट लिए IP रूम्स वगैरह सारी फैसिलिटीज़ अच्छी, बहुत अच्छी वेल मेनटेन्ड हैगी है। ये अंदर असी अपने पेशेंट्स का इलाज एक बेहतर सुविधावां दे के कर सकते हैं, जो एक पेशेंट को ਸੁਵਿਧਾਵਾਂ ਉਪਲਬਧ ਹੋਣੀਆਂ ਚਾਹੀਦੀਆਂ ਮੈਡੀਸਨ ਪੁਆਇੰਟ ਆਫ ਵਿਊ ਨਾਲ। ਡਾਕਟਰ ਸਾਹਿਬ, ਇੰਟਰਨਲ ਮੈਡੀਸਨ ਦੇ ਵਿੱਚ ਤੁਸੀਂ ਕੀ ਮਤਲਬ ਟ੍ਰੀਟ ਕਰਦੇ ਹੋ? ਜਿੱਦਾਂ ਇੱਥੇ ਸ਼ੂਗਰ ਦੀ ਆਪਾਂ ਗੱਲ ਕਰ ਲਈਏ, ਆਪਾਂ ਹਾਰਟ ਦੀ ਗੱਲ ਕਰ ਲਈਏ, ਕਿਉਂਕਿ ਇੱਕ ਜਿਹੜਾ ਨਸ਼ੇ ਵਾਲਾ ਪੇਸ਼ੈਂਟ ਹੁੰਦਾ ਉਹਨੂੰ ਉਹ ਮਲਟੀ ਸੈਂਸਿਸ ਹੁੰਦਾ, ਉਹਨੂੰ ਸ਼ੂਗਰ ਵੀ ਹੁੰਦੀ ਆ, ਕਈ ਵਾਰ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੁੰਦਾ, ਉਹਨਾਂ ਨੂੰ ਹੋਰ ਵੀ ਪ੍ਰੋਬਲਮਸ ਦੇ ਨਾਲ ਗ੍ਰਸਤ ਹੁੰਦਾ, ਉਹ ਕਈ ਵਾਰੀ ਉਹਨਾਂ ਨੂੰ ਹੈਪੇਟਾਈਟਸ B, C ਦੇ ਵੀ ਕਿਉਂਕਿ ਟੀਕੇ ਟੂਕੇ ਲਗਾ ਕੇ ਉਹ ਇਸ ਗੱਲ ਦੇ ਮਤਲਬ ਇਹ ਮੰਨੀਏ ਕਿ ਇਹ ਚੀਜ਼ ਵੀ ਇੱਕ ਜ਼ਰੂਰੀ ਅੰਗ ਹੈਗੀ ਆ ਨਾਲ ਇੰਟਰਨਲ ਮੈਡੀਸਨ ਦਾ ਵੀ, ਜਿਹਦਾ ਐਡਿਕਸ਼ਨ ਦੇ ਨਾਲ।
ਬਿਲਕੁਲ ਸਹੀ ਸਰ, ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਵੀ ਅਸੀਂ ਕਿਸੇ ਪੇਸ਼ੈਂਟ ਨੂੰ ਦੇਖਦੇ ਹਾਂ, ਕਦੇ ਵੀ ਕੋਈ ਬਿਮਾਰੀ ਪੇਸ਼ੈਂਟ ਨੂੰ ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ ਕਿ ਉਹਨੂੰ ਇਸੇ ਬਿਮਾਰੀ ਨਾਲ ਗ੍ਰਸਤ ਹੋਏਗਾ। ਪੇਸ਼ੈਂਟ ਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਨਾਲ ਉਹਨੂੰ ਐਡਿਕਸ਼ਨ ਦੀ ਪ੍ਰੋਬਲਮ ਹੈ, ਨਾਲ ਉਹ ਅਲਕੋਹਲ ਲੈ ਰਿਹਾ ਹੈ, ਉਹਦਾ ਕੋਲੇਸਟ੍ਰੋਲ ਬਹੁਤ ਵਧਿਆ ਹੋਇਆ ਹੈ, ਮਲਟੀਪਲ ਪ੍ਰੋਬਲਮਸ ਨਾਲ ਪੇਸ਼ੈਂਟ ਗ੍ਰਸਤ ਹੈਗਾ। ਉਹ ਜਿਹਾ ਪੇਸ਼ੈਂਟ ਕੋਈ ਦਾਖਲ ਹੁੰਦਾ ਹੈ, ਇੱਕ ਸਪੈਸ਼ਲਿਸਟ ਉਹਨੂੰ ਆਪਣੇ ਵਾਲਾ ਪਾਰਟ ਵਾਲਾ ਦੇਖ ਲੈਂਦਾ ਹੈ, ਪਰ ਦੂਸਰਾ ਪਾਰਟ ਕਿਸੇ ਨਾ ਕਿਸੇ ਵੱਲੋਂ ਅਸੀਂ ਕਹਿੰਦੇ ਹਾਂ ਕਿ ਉਹ ਇਗਨੋਰ ਹੋ ਜਾਂਦਾ ਹੈ। ਪਰ ਅਸੀਂ ਪੇਸ਼ੈਂਟ ਨੂੰ ਐਜ਼ ਏ ਫੁੱਲ ਟਰੀਟ ਕਰਨਾ ਹੈ, ਨਾ ਕਿ ਉਹਦਾ ਇੱਕ ਪਾਰਟ। ਆਪਾਂ ਉਹਦਾ ਮਾਨਸਿਕ ਵਾਲਾ ਪਾਰਟ ਆਪਾਂ ਠੀਕ ਕਰ ਲਿੱਤਾ, ਜੋ ਉਹਦੀ ਸ਼ੂਗਰ ਨਹੀਂ ਕੰਟਰੋਲ ਹੈ, ਪੇਸ਼ੈਂਟ ਨੂੰ ਅਸੀਂ ਕਹਿ ਨਹੀਂ ਸਕਦੇ ਕਿ ਫੁੱਲੀ ਤਰ੍ਹਾਂ ਪੇਸ਼ੈਂਟ ਠੀਕ ਹੋ ਗਿਆ। ਇਸੇ ਤਰ੍ਹਾਂ ਮੈਡੀਸਿਨ ਦਾ ਪੇਸ਼ੈਂਟ ਹੈਗਾ, ਮੰਨ ਲਓ ਜੇ ਅਸੀਂ ਉਹਦੀ ਸ਼ੂਗਰ ਠੀਕ ਕਰਤਾ, ਬਲੱਡ ਪ੍ਰੈਸ਼ਰ ਠੀਕ ਹੈ, ਪਰ ਉਹ ਸਿਵੀਅਰ ਡਿਪਰੈਸ਼ਨ 'ਚ ਹੈ, तो फिर भी जैसे आप हैल्थ ਨੂੰ ਅਸੀਂ ਕਹਿੰਦੇ ਆ ਕਿ ਕੰਪਲੀਟ ਫਿਜ਼ੀਕਲ ਐਂਡ ਮੈਂਟਲ ਹੈਲਥ। ਜੇ ਪੇਸ਼ੈਂਟ ਮੈਂਟਲੀ ਨਹੀਂ ਠੀਕ ਹੈ ਤਾਂ ਉਹ ਹੈਲਥ ਨੂੰ ਅਸੀਂ ਕੰਪਲੀਟ ਹੈਲਥ ਨਹੀਂ ਕਹਿ ਸਕਦੇ। ਤੇ ਇਸ ਪੁਆਇੰਟ ਆਫ ਵੀ ਨਾ ਜਿਹੜੇ ਸਾਈਕੈਟਰੀ ਦੇ ਪੇਸ਼ੈਂਟ ਇਹਨਾਂ ਨਾਲ ਬਿਮਾਰੀਆਂ ਨਾਲ ਗ੍ਰਸਤ ਆ, ਉਹਨਾਂ ਦਾ ਅਸੀਂ ਇੱਕ ਛੱਤ ਥੱਲੇ ਇੱਕ ਵਧੀਆ ਇਲਾਜ ਕਰ ਸਕਦੇ ਹਾਂ। ਉਹਨਾਂ ਨੂੰ ਸਾਰੀ ਫੈਸਿਲਿਟੀਜ਼ ਇੱਕ ਛੱਤ ਥੱਲੇ ਉਪਲਬਧ ਹੋ ਸਕਦੀਆਂ, ਕਿ ਜਿਹੜਾ ਕਿ ਪੇਸ਼ੈਂਟ ਲਈ ਬਹੁਤ ਹੀ ਜ਼ਰੂਰੀ ਹੈ। ਕਿ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਪੰਜਾਬ ਦੇ ਵਿੱਚ ਆਪਾਂ ਕਹੀਏ ਕਿ ਨੰਬਰ ਆਫ ਪੇਸ਼ੈਂਟ ਜਿਹੜੇ ਕਿ ਸ਼ੂਗਰ ਦੇ ਪੇਸ਼ੈਂਟ ਹੈ, ਬਲੱਡ ਪ੍ਰੈਸ਼ਰ ਦੇ ਨੇ, ਮੋਟਾਪਾ ਹੈ, ਕੋਲੇਸਟ੍ਰੋਲ ਹੈ, ਇਹ ਮੈਡੀਕਲ ਪ੍ਰੋਬਲਮ ਹੈ। ਸ਼ਾਇਦ ਹੀ ਮਤਲਬ 40 ਪਲੱਸ ਦੀ ਏਜ ਦੇ ਵਿੱਚ ਪੇਸ਼ੈਂਟਸ ਦੇ ਇਹ ਪ੍ਰੋਬਲਮਾਂ ਬਹੁਤ ਜ਼ਿਆਦਾ ਕਾਮਨਲੀ ਹੁੰਦੀਆਂ ਨੇ। ਅਤੇ ਇਹ ਪੇਸ਼ੈਂਟ ਲਈ ਪ੍ਰੋਬਲਮ ਲਈ ਪੇਸ਼ੈਂਟ ਬਾਰ-ਬਾਰ ਅਲੱਗ-ਅਲੱਗ ਹਸਪੀਟਲਸ ਵਿਜ਼ਿਟ ਕਰਨ ਲਈ ਪੇਸ਼ੈਂਟ ਲਈ ਵੀ ਬੜਾ ਮੁਸ਼ਕਿਲ ਹੈ ਕਿ ਜੇ ਉਹਨੂੰ ਸਾਰੀ ਸੁਵਿਧਾਵਾਂ ਇੱਕ ਹਸਪੀਟਲ ਦੀ ਇੱਕ ਛੱਤ ਥੱਲੇ ਮਿਲ ਜਾਣ ਅਤੇ ਉਹ ਪੇਸ਼ੈਂਟ ਲਈ ਵੀ ਬਹੁਤ ਅੱਛੀ ਚੀਜ਼ ਹੈ। ਦੱਸ ਇੱਥੇ ਇਨ ਹਾਊਸ ਜਿਹੜੀ ਲੈਬ ਹੈਗੀ ਆ, ਜਿਹੜੀ ਕਿ ਇੱਕ ਬਹੁਤ ਹੀ ਵਧੀਆ ਲੈਬ ਜਿਹਦੇ ਵਿੱਚ ਹਰ ਤਰ੍ਹਾਂ ਦੇ ਟੈਸਟ, ਚਾਹੇ ਥਾਇਰਾਇਡ ਦੇ ਟੈਸਟ ਹੈਗੇ ਆ, ਚਾਹੇ ਬਲੱਡ ਦੇ ਟੈਸਟ ਆ, CBC ਆ, ਮਤਲਬ ਹਰ ਤਰ੍ਹਾਂ ਦੇ। ਕਿਉਂਕਿ ਮੈਡਮ ਜਿਹੜੇ ਹੈਗੇ ਨੇ ਹਸਪੀਟਲ ਦੇ ਜਿਹੜੇ ਓਨਰ ਨੇ, ਉਹਨਾਂ ਨੇ ਇਸ ਹਸਪੀਟਲ ਦੇ ਵਿੱਚ ਇਹ ਹੈ ਕਿ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ, ਇੱਕੋ ਛੱਤ ਦੇ ਥੱਲੇ ਜਦੋਂ ਤੁਸੀਂ ਆ ਜਾਓਗੇ ਤੁਹਾਡੇ ਸਾਰੇ ਟੈਸਟ, ਤੁਹਾਡਾ ਹਰ ਚੀਜ਼ ਜਿਹੜੀ ਹੈਗੀ ਆ ਇੱਥੇ ਅਵੇਲੇਬਲ ਹੈਗੀ ਆ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਸਰ, ਇਹ ਸਾਡਾ ਪ੍ਰਿਵਿਲੇਜ ਹੈ ਕਿ ਮੈਮ ਦੇ ਆਪਣੇ ਪੈਥੋਲੋਜਿਸਟ ਨੇ, ਉਹਨਾਂ ਦੀ ਆਪਣੀ ਲੈਬ ਹੈ, ਸਾਨੂੰ ਕਿਤੇ ਬਾਹਰ ਭੱਜਣ ਦੀ ਲੋੜ ਨਹੀਂ। ਜਿਵੇਂ ਇੱਕ ਫਿਜ਼ੀਸ਼ੀਅਨ ਨੂੰ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਕਿ ਲੈਬ ਦੇ ਨਾਲ ਅਸੀਂ ਕਿਸੇ ਡਾਕਟਰ ਨਾਲ ਡਿਸਕਸ ਕਰ ਸਕੀਏ, ਲੈਬ ਦੇ ਕੀ ਰਿਜ਼ਲਟ ਹੈਗੇ ਨੇ ਉਹਨਾਂ ਨਾਲ ਡਿਸਕਸ ਕਰ ਸਕੀਏ, ਜਿੱਦਾਂ ਕਿ ਆਪਾਂ ਪੇਸ਼ੈਂਟ ਦਾ ਬੈਟਰ ਇਲਾਜ ਕਰ ਸਕੀਏ। ਫਾਰਮੇਸੀ ਸਾਡੇ ਕੋਲ ਅਵੇਲੇਬਲ ਹੈਗੀ ਹੈ ਅਤੇ ਰਿਨਾਊਂਡ ਡਾਕਟਰ ਸਾਹਿਬ ਦਾ ਨਾਮ ਹੈ, ਚੱਲਦਾ ਹੈ ਨਾ, ਸਾਰਿਆਂ ਨੂੰ ਪਤਾ ਹੈ, ਦੇ ਵੈਲ ਰਿਨਾਊਂਡ ਹੈ ਨਾ। ਅਤੇ ਇੰਨੀ ਅੱਛੀ ਸੁਵਿਧਾਵਾਂ ਜੇ ਪੇਸ਼ੈਂਟ ਨੂੰ ਮਿਲਦੀਆਂ ਤਾਂ ਉਹ ਪੇਸ਼ੈਂਟ ਲਈ ਡੈਫੀਨੇਟਲੀ ਬਹੁਤ ਅੱਛੀ ਚੀਜ਼ ਹੈ। ਡਾਕਟਰ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕ ਯੂ। ਆਪਾਂ ਦੇਖ ਸਕਦੇ ਕਿ ਮਾਨਸ ਹਸਪੀਟਲ ਦੇ ਵਿੱਚ ਪੇਸ਼ੈਂਟਸ ਦੇ ਲਈ ਲਿਫਟ ਦੀ ਜਿਹੜੀ ਹੈਗੀ ਆ ਪ੍ਰੋਵੀਜ਼ਨ ਦਿੱਤੀ ਗਈ ਹੈਗੀ ਹੈ ਨਾਲ। ਹਾਂਜੀ, ਇਹ ਮਾਨਸ ਹਸਪਤਾਲ ਦਾ ਵਨ ਆਫ ਦਾ ਪ੍ਰਾਈਵੇਟ ਰੂਮਸ ਹੈ। ਇਹ ਅਸੀਂ ਕੋਸ਼ਿਸ਼ ਕੀਤੀ ਹੈ, ਡਾਕਟਰ ਸਾਹਿਬ ਦੀ ਵਿਜ਼ਨ ਸੀ ਕਿ ਜਿਹੜਾ ਰੂਮ ਹੋਣਾ ਚਾਹੀਦਾ ਹੈ ਉਹ ਹਸਪੀਟਲ ਦਾ ਰੂਮ ਨਾ ਲੱਗੇ, ਉਹ ਘਰ ਦਾ ਰੂਮ ਹੀ ਲੱਗੇ। ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਅਸੀਂ ਇੱਥੇ ਵਾਸ਼ ਬੇਸਨ ਹੈ, ਛੋਟੀ ਜਿਹੀ ਕਿਚਨੈਟ ਟਾਈਪ ਵੀ, ਮਤਲਬ ਕਿਸੇ ਨੇ ਗਰਮ ਕੁਝ ਕਰਨਾ ਹੋਏ ਉਹ ਕਰ ਸਕਦੇ ਹੈਗੇ। ਅੰਦਰ ਬਾਥਰੂਮ ਹੈ ਜਿਹੜਾ ਕਿ ਬੜਾ ਅੱਛਾ ਹੈ। ਐਲਮੀਰਾ ਅਸੀਂ ਦਿੱਤੀ ਹੋਈ ਹੈ ਬਿਕੋਜ਼ ਪੇਸ਼ੈਂਟ ਨੇ ਜੇ 5-7 ਦਿਨ ਰਹਿਣਾ ਤੇ ਕਮ ਸੇ ਕਮ ਕੱਪੜੇ ਅੱਛੀ ਤਰ੍ਹਾਂ ਆਪਣੇ ਟੰਗ ਲਏ, ਪਿਆਰ ਨਾਲ ਰੱਖੇ। AC ਹੈ, ਸਾਡੇ ਸਾਰੇ ਪ੍ਰਾਈਵੇਟ ਰੂਮ, ਸਾਰੇ ਜਨਰਲ ਵਾਰਡ ACs ਹੈ। ਇਹ ਹੌਟ ਐਂਡ ਕੋਲਡ ਦਾ ਪ੍ਰੋਵੀਜ਼ਨ ਹੈ ਇੱਥੇ। ਸਰਦੀਆਂ 'ਚ ਹੀਟਿੰਗ ਵੀ ਹੋ ਜਾਂਦੀ ਹੈ ਅਤੇ ਗਰਮੀਆਂ ਵਿੱਚ AC ਦਾ ਕੰਮ ਕਰਦੇ ਹੈਗੇ ਨੇ। ਐਂਡ ਰੂਮ ਦਾ ਸਾਈਜ਼ ਕਾਫੀ ਸਫੀਸ਼ੀਐਂਟ ਹੈ। ਐਂਡ ਅਸੀਂ ਰੂਮ 'ਚ ਪੇਸ਼ੈਂਟ ਨੂੰ ਖਾਣਾ ਫ੍ਰੀ ਦਿੰਦੇ ਹਾਂ, ਪੇਸ਼ੈਂਟ ਦੇ ਇੱਕ ਅਟੈਂਡੈਂਟ ਨੂੰ ਵੀ ਖਾਣਾ ਫ੍ਰੀ ਮਿਲਦਾ ਹੈ, ਪਲੱਸ ਲਾਂਡਰੀ ਦੀ ਸਰਵਿਸਿਜ਼ ਵੀ ਪ੍ਰੋਵਾਈਡਡ ਹੈ। ਜਿਹੜਾ ਪੇਸ਼ੈਂਟ ਇੱਥੇ ਰਹਿੰਦਾ ਹੈ ਪਲੱਸ ਉਸਦਾ ਅਟੈਂਡੈਂਟ ਉਸਦੀ ਲਾਂਡਰੀ ਦੀ ਸਰਵਿਸਿਜ਼ ਵੀ ਅਸੀਂ ਹੀ ਦਿੰਦੇ ਹਾਂ। ਇਹ ਡਾਕਟਰ ਸਾਹਿਬ ਦਾ ਵਿਜ਼ਨ ਸੀ ਕਿ ਜਦੋਂ ਪੇਸ਼ੈਂਟ ਆਉਂਦਾ ਹੈ ਉਹ ਆਲਰੇਡੀ ਦੁਖੀ ਹੁੰਦਾ ਹੈ, ਉਸਦੇ ਅਟੈਂਡੈਂਟ ਉਸ ਤੋਂ ਜ਼ਿਆਦਾ ਦੁਖੀ ਹੁੰਦੇ ਨੇ। ਸੋ ਉਹਨਾਂ ਨੂੰ ਇਹ ਵਾਲਾ ਕੰਫਰਟ ਲੈਵਲ ਜ਼ਰੂਰ ਮਿਲਣਾ ਚਾਹੀਦਾ ਹੈ। ਪਲੱਸ ਅਸੀਂ ਮਾਨਸ ਹਸਪਤਾਲ 'ਚ ਇਹ ਬਹੁਤ ਖਿਆਲ ਰੱਖਿਆ ਹੋਇਆ, ਸਪੈਸ਼ਲ ਕੇਅਰ ਕੀਤੀ ਹੈ ਕਿ ਸਾਡਾ ਜਿਹੜਾ ਨਰਸਿੰਗ ਸਟਾਫ ਹੈ, ਜਿਹੜੇ ਸਾਡੇ ਵਾਰਡ ਅਟੈਂਡੈਂਟਸ ਹੈ, ਉਹ ਪੇਸ਼ੈਂਟ ਨਾਲ ਬਹੁਤ ਪੋਲਾਈਟਲੀ ਗੱਲ ਕਰਨ। ਸਾਡੇ ਪੇਸ਼ੈਂਟ ਸਾਈਕੈਟਰੀ ਦੇ ਪੇਸ਼ੈਂਟ ਕਦੀ ਥੋੜ੍ਹੇ ਉਤੇਜਿਤ ਹੁੰਦੇ ਨੇ, ਥੋੜ੍ਹੀ ਗਾਲੀ ਗਲੋਚ ਆਉਂਦੇ ਨੇ, ਬਟ ਅਸੀਂ ਆਪਣੇ ਸਟਾਫ ਨੂੰ ਸਪੈਸ਼ਲ ਟ੍ਰੇਨ ਕੀਤਾ ਹੈ, ਉਹ ਜੋ ਮਰਜ਼ੀ ਕਹਿਣ, ਇਹਨਾਂ ਨੇ ਆਵਾਜ਼ ਉੱਚੀ ਨਹੀਂ ਕਰਨੀ, ਇਹਨਾਂ ਨੇ ਕੋਈ ਬਹਿਸ ਨਹੀਂ ਕਰਨਾ, ਬਿਕੋਜ਼ ਉਹ ਪੇਸ਼ੈਂਟ ਹੈਗੇ ਨੇ। ਜਿਹੜਾ ਪੇਸ਼ੈਂਟ ਆਇਆ ਸਾਡੇ ਕੋਲ ਟ੍ਰੀਟਮੈਂਟ ਲੈਣ ਆਇਆ, ਨਾ ਕਿ ਐਂਡ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ठीक करके भेजिए। नाम क्या आपका? परम। हाँ, ये परम है। हमारे यहाँ पे साइकोलॉजी का पूरा सेंटर है। हम साइकोलॉजी को स्टूडेंट्स को ट्रेन भी करते हैं और ये
बच्चे 1 साल की या 6 महीने की इंटर्नशिप करने आते हैं और ये परम यहाँ पे पिछले 6 महीने से इंटर्नशिप कर रही है। परम कैसा महसूस कर रही हो यहाँ पर? आई गेस मैंने बहुत कुछ नया लर्न किया है यहाँ पे एंड मेरे को जैसे पहले लगता था कि आई वोंट बी एबल टू हैव एम्पल अमाउंट एक्सपीरियंस, बट आई गेस मेरे को बहुत कुछ नया सीखने को मिला है एंड ऑल्सो अबाउट न्यू थिंग्स, जैसे फिज़िकल एक्सपोजर मिलना एंड मैनी अदर थिंग्स। हमारी तरफ से पूरी कोशिश होती है कि जो भी यहाँ आए वो एजुकेटेड होके उसको कुछ नई नॉलेज मिल के ही जाए। ये भी डॉक्टर साहब का ही एक ड्रीम था। हाँ जी, ये हमारा रिक्रिएशन रूम है। जैसे आप देख सकते हैं ये फुल बॉडी रिलैक्सेशन चेयर है। इसमें जो पेशेंट इतने हाई एंजाइटी और स्ट्रेस में आते हैं, ये हम उनको यहाँ पे बिठाते हैं और बहुत रिलैक्स्ड फील करते हैं। माइंड भी रिलैक्स हो जाता है, पूरी बॉडी की मसाज होती है। और जो ये चेयर है ये स्पेशली लेग्स की मसाज की है। इसमें पेशेंट को हम बिठाते हैं और इट्स लाइक मेडिटेशन ओनली। वो अपने बिल्कुल माइंड रिलैक्स करता है। और जब लेग्स की मसाज होती है तो सर्कुलेशन ऑफ ब्लड अच्छी होती है और ऑटोमेटिकली पेशेंट बेटर फील करता है। और ये बिकॉज साइकेट्री के पेशेंट या जो डी एडिक्शन के पेशेंट हैं उनको चलना फिरना बिल्कुल अलाउड है, फिजिकली तो वो एक्टिव होते हैं, तो सारा दिन लेट के क्या करेंगे। तो ये हमने सोचा ये उनके लिए जिम की पूरी फैसिलिटी हमने प्रोवाइड की है। एज यू कैन सी ट्रेडमिल है, ये साइकिल है। तो जब पेशेंट थोड़े रिलैक्स करते हैं, सो लेते हैं, तो हम उनको यहाँ टाइम स्पेंड करवाते हैं। उनको बोलते हैं कि 2-3 घंटे यहाँ आके लगाओ। हमारे पास ये चेस भी है और लूडो वगैरह भी है, जैसे पेशेंट अपने रूम में भी ले जाते हैं, चेस वगैरह अटेंडेंट से खेलते हैं। बिकॉज हमने माहौल बड़ा रिक्रिएशन का माहौल रखा है। आफ्टर ऑल साइकेट्री में रिक्रिएशन चाहिए, उनको जेल में बांध के रखने का कोई मकसद नहीं है। मैं यहाँ पर एडमिनिस्ट्रेटर हूँ। मेरा नाम अनिल देवासर है। जब से हॉस्पिटल शुरू हुआ है मैं तब से इनके साथ हूँ। ठीक है, ये हमारा पावर हाउस है। ये टोटली ऑटोमेटेड है। ये लोड अपने आप ही लोड डिटेक्ट करेगा और उसके बाद में अगर बैटरी का लोड है तो बैटरी पे चलेगा, अगर जनरेटर चाहिए तो जनरेटर के ऊपर जाएगा। टोटली ऑटोमेटेड है। ये हमारी लॉन्ड्री है। सभी मरीजों के और अटेंडेंट के कपड़े यहीं पर ही धुलते हैं और प्रेस होके उनको मिलते हैं, जिसकी कोई कॉस्ट नहीं ली जाती। ये हमारी मॉडर्न किचन है। यहाँ पर सभी का खाना जो है इन हाउस बनता है। इसमें सारी फैसिलिटीज़ हैं। हमारे पास जो है चिमनी लगी हुई है आपको, ठीक है, टोटली हाइजीनिक है। और कोई भी पेशेंट खाना जो है रूम में सर्व किया जाता है। अगर कोई भी पेशेंट यहाँ बैठ के खाना चाहता है तो उसके लिए ये सेपरेट लगाया हुआ है। ये हमारा जो एरिया है ये हमने वॉकिंग के लिए रखा हुआ है। ठीक है, इसको हमने ग्रिल किया हुआ है क्योंकि यहाँ पर मेंटल हेल्थ के पेशेंट्स होते हैं तो उनकी सिक्योरिटी के लिए। ठीक है, यहाँ पर इवनिंग में और मॉर्निंग में जो है एक्सरसाइजेज वगैरह करवाई जाती हैं। ये हमारा जनरेटर सेट है। यहाँ पर 2 जनरेटर सेट हैं जैसे आप देख रहे हैं। एक 25 kVA का है, दूसरा 125 kVA का है। ये लोड के हिसाब से हम इसको चेंज ओवर करते हैं। मानस हस्पताल ਸਾਡੇ ਕੋਲ 15 ਪ੍ਰਾਈਵੇਟ ਰੂਮਸ ਹੈਗੇ ਆ। ਇਹ ਸਾਡਾ ਜਨਰਲ ਵਾਰਡ ਹੈ। ਇਸ 'ਚ ਇਹ 5 ਬੈਡਡ ਜਨਰਲ ਵਾਰਡ ਹੈ। ਇਸ 'ਚ ਮੇਲ ਫੀਮੇਲ ਸੈਕਸ਼ਨ ਅਸੀਂ ਅਲੱਗ ਕੀਤਾ ਹੋਇਆ। ਕਰਟਨ ਦੇ ਥਰੂ ਅਸੀਂ ਇੱਕ ਸੈਕਸ਼ਨ ਅਸੀਂ ਮੇਲ ਪੇਸ਼ੈਂਟ ਦਾਖਲ ਕਰਦੇ ਹਾਂ, ਦੂਸਰੇ ਸੈਕਸ਼ਨ 'ਚ ਅਸੀਂ ਫੀਮੇਲ ਪੇਸ਼ੈਂਟ ਦਾਖਲ ਕਰਦੇ ਹਾਂ ਤਾਂ ਕਿ ਪ੍ਰਾਈਵੇਸੀ ਬਣੀ ਰਹੇ। ਪ੍ਰਾਈਵੇਟ ਰੂਮਸ ਵਾਂਗੂ ਜਨਰਲ ਵਾਰਡ 'ਚ ਵੀ ਉਹੀ ਫੈਸਿਲਿਟੀ ਦਿੱਤੀ ਗਈ ਹੈ। ਪੇਸ਼ੈਂਟ ਨੂੰ ਅਤੇ ਉਸਦੇ ਇੱਕ ਅਟੈਂਡੈਂਟ ਨੂੰ ਖਾਣਾ ਫ੍ਰੀ, ਪੂਰੀ ਲਾਂਡਰੀ ਫੈਸਿਲਿਟੀਜ਼ ਹੈ ਐਂਡ ਜਨਰਲ ਵਾਰਡ ਵੀ ਫੁੱਲੀ ਏਅਰ ਕੰਡੀਸ਼ਨਡ ਹੈਗਾ। ਹੌਟ ਐਂਡ ਕੋਲਡ ਸਾਡੇ ਏਸੀਜ਼ ਹੈ ਜਿਹੜੇ ਕਿ ਸਰਦੀਆਂ ਵਿੱਚ ਹੀਟਿੰਗ ਵੀ ਪ੍ਰੋਵਾਈਡ ਕਰਦੇ ਹੈਗੇ ਆ। ਇਹ ਸਾਡਾ ਫਸਟ ਫਲੋਰ ਦਾ ਨਰਸਿੰਗ ਸਟੇਸ਼ਨ ਹੈ ਐਂਡ ਇਹ ਸਾਡਾ ਸਟਾਫ ਹੈ, ਮਿਸ ਸਿਮਰਨ ਐਂਡ ਮਿਸਟਰ ਕਮਲ। ਸਾਡਾ ਸਟਾਫ ਫੁੱਲੀ ਟ੍ਰੇਨਡ ਹੁੰਦਾ ਹੈ। ਅਸੀਂ GNM ਜਾਂ BSc ਨਰਸਿੰਗ ਰੱਖਦੇ ਹਾਂ। ਕੋਈ ANM ਨਹੀਂ, ਕੋਈ
ਅੰਡਰ ਟ੍ਰੇਨਡ ਸਟਾਫ ਨਹੀਂ ਰੱਖਦੇ। ਇਹ ਸਾਡੇ ਨਰਸਿੰਗ ਹੋਮ ਦਾ ਇੱਕ ਅਸੂਲ ਹੈ ਕਿ ਫੁੱਲੀ ਟ੍ਰੇਨਡ ਸਟਾਫ, ਡਾਕਟਰਸ ਵੀ ਫੁੱਲੀ ਟ੍ਰੇਨਡ। ਸਾਡੇ ਕੋਲ 3 EMOs ਹੈਗੇ ਰਾਊਂਡ ਦ ਕਲੌਕ, ਉਹ ਐਜ਼ ਅ ਐਮਰਜੈਂਸੀ ਆਫਿਸਰਸ ਕੰਮ ਕਰਦੇ ਹੈਗੇ। ਸਾਡੇ ਮੈਡੀਸਨ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਇਨ ਹਾਊਸ ਹੈਗੀ ਹੈ। ਇਹ ਸਾਡਾ ਡਰੱਗ ਸਟੋਰ ਹੈਗਾ, ਜਿੱਥੇ ਕਿ ਜਿੰਨੀਆਂ ਵੀ ਦਵਾਈਆਂ ਜਿਹੜੀਆਂ ਪੇਸ਼ੈਂਟ ਨੂੰ ਚਾਹੀਦੀਆਂ ਹੁੰਦੀਆਂ ਨੇ ਇੱਥੇ ਇੰਡੋਰ ਹੀ ਮਿਲ ਜਾਂਦੀਆਂ ਨੇ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। हमारे पास सारा फर्स्ट एड स्मार्ट सारा है एज पर द रिक्वायरमेंट। सो यू कैन सी all those things. This is our emergency room. So here we have the patient in emergency like accident and something like that. So that's our emergency room. We also have a suction machine and all the equipment available here. That's our lab. Here we have taken the all blood samples and urine sample as per the requirement of the patient.